न्यूमेरिकल है थोड़ा calculate change in internal energy of a block of mass of block of copper of mass 200 gram when it is heated from 25 to 75 degrees Celsius. Given specific heat of copper given and assume that change in volume is negligible. बच्चे कल जितना तक फॉर्मूले ਆਪਾਂ ਜਿਹੜੇ ਪਹਿਲੋਂ ਕਰ ਰਹੇ ਸੀਗੇ ठीक है आइसोथर्मल ਦਾ एडियाबैटिक ਦਾ वर्क डन ਦੇ ਫਾਰਮੂਲੇ ਜਾਂ ਜਨਰਲ ਇਕੁਏਸ਼ਨ ਹੈ ਨਾ ਉਸ ਤੋਂ ਬਾਅਦ ਆਪਣੇ ਕੋਲ ਇੱਕ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦਾ ਫਾਰਮੂਲਾ ਵਾ ਫਰਸਟ ਲਾਅ ਦਾ ਫਾਰਮੂਲਾ ਆਪਣੇ ਕੋਲ ਸੀਗਾ dq du plus dw और dw ਨੂੰ ਅਸੀਂ ਡਿਫਾਈਨ ਕਰਨਾ ਹੋਵੇ d ਤੇ dw ਨੂੰ ਡਿਫਾਈਨ ਕਰਨਾ ਤੇ pdv ਤੇ ਪੁੱਤ ਇੱਥੇ ਸਮਝ ਲਿਓ ਆਪਣੇ ਕੋਲ dq ਦੀ ਥਾਂ ਤੇ ਹੋਰ ਕੀ ਆ ਸਕਦਾ ठीक है dq ਮੇਰੇ ਕੋਲ ਹੈਗੀ ਚੇਂਜ ਇਨ ਹੀਟ એનર્ਜੀ ਆਫ ਦਾ ਸਿਸਟਮ ਅਸੀਂ ਕਹਿੰਦੇ ਕਿ ਜਦੋਂ ਕਿਸੇ ਸਿਸਟਮ ਨੂੰ ਹੀਟ એનર્ਜੀ ਸਪਲਾਈ ਕਰੀਏ ਤੇ ਉਹਦੇ ਕਰਕੇ ਜੇ ਸਿਸਟਮ ਦਾ ਟੈਂਪਰੇਚਰ ਚੇਂਜ ਹੋਵੇ ਜਾਂ ਸਿਸਟਮ ਦੀ ਸਟੇਟ ਚੇਂਜ ਹੋਵੇ ਤੇ ਆਪਣੇ ਕੋਲ ਦੋ ਡਿਫਰੈਂਟ ਫਾਰਮੂਲੇ ਬਣ ਜਾਂਦੇ ਆ ਇੱਕ ਆਪਾਂ ਫਾਰਮੂਲਾ ਇੱਥੇ ਲੈ ਲੈਂਦੇ ਹਾਂ dq ms delta t ਜਾਂ ms dt ठीक है ये फॉर्मूला उदो यूज हो जाएगा जे हीट एनर्जी दे करके टेंपरेचर चेंज हो रहा ठीक है और सेकंड फॉर्मूला ਤੁਹਾਡੇ ਕੋਲ dq ਦਾ ਇੱਕ ਆ ਜਾਣਾ m l ठीक है ये उदो यूज हो जाना ਜਦੋਂ ਮੇਰੇ ਕੋਲ ਐਸ ਸੱਚ ਕਿਤੇ ਸਬਸਟੈਂਸ ਦੀ ਸਟੇਟ ਚੇਂਜ ਹੋਏਗੀ ਪਰ ਉਹਦਾ ਟੈਂਪਰੇਚਰ ਚੇਂਜ ਨਹੀਂ ਹੋਏਗਾ क्या आ दोनों फॉर्मूले क्लियर है Yes, sir. Yes, sir. Yes, sir. चलो ਹੁਣ ਜੇ ਆਪਾਂ 11th numerical ਦੀ ਸਟੇਟਮੈਂਟ ਲਈਏ ਉਹਨੇ ਕਿਹਾ ਕੈਲਕੂਲੇਟ ਦਾ ਚੇਂਜ ਇਨ ਇੰਟਰਨਲ એનર્ਜੀ ਇਹਦਾ ਮਤਲਬ ਤੁਸੀਂ ਇੰਟਰਨਲ એનર્ਜੀ ਦੀ ਚੇਂਜ ਫਾਈਂਡ ਆਊਟ ਕਰਨੀ ਸੋ du ਫਾਈਂਡ ਆਊਟ ਕਰਨਾ ਆਪਾਂ ਔਰ ਇਹਦੇ ਲਈ ਗਿਵਨ ਹੈਗਾ ਕੁਐਸਚਨ ਦੇ ਅੰਦਰ ਆਪਣੇ ਕੋਲ ਕਹਿੰਦਾ ਜੀ ਕਾਪਰ ਪੀਸ ਦਾ ਮਾਸ ਗਿਵਨ ਹੈ 200 ਗ੍ਰਾਮ ਮਾਸ ਆ ਗਿਆ when it is heated from 25 to 75 तो एक चीज ध्यान च रखियो जदों भी चेंज इन टेंपरेचर होएगा चेंज इन टेंपरेचर दा यूनिट चेंज करन दी लोड़ नहीं पेगी ठीक है मतलब जे मैनू किते न्यूमेरिकल च सिंगल टेंपरेचर चाहिदा वा 25 डिग्री सेल्सियस कला टेंपरेचर आ फिर ओनू केल्विन च बदल लो पर जे मेरे कोल ऐसा च 25 तो 75 होया जिदा चेंज टेंपरेचर है ना चेंज इन टेंपरेचर 50 दी आ ਭਾਵੇਂ ਇਹਨੂੰ 50 ਡਿਗਰੀ ਸੈਲਸੀਅਸ ਕਹਿ ਦੋ ਭਾਵੇਂ ਇਹਨੂੰ ਚੇਂਜ ਨੂੰ 50 ਕੈਲਵਿਨ ਕਹਿ ਦੋ ਕੀ ਆ ਗੱਲ ਸਮਝ ਲੱਗੀ Yes, sir. Yes, sir. ਸੋ ਜਦੋਂ ਚੇਂਜ ਲਿਖਣੀ ਆ ਚੇਂਜ ਵਾਲੇ ਕੇਸ 'ਚ ਤੁਹਾਨੂੰ ਉਹਦੇ ਜਿਹੜਾ ਐਸਐਚ ਯੂਨਿਟ ਦੇ ਕਨਵਰਜਨ ਦੀ ਲੋੜ ਨਹੀਂ ਪੈਗੀ ਸੋ ਆਪਣੇ ਕੋਲ ਇਸ ਮੂਮੈਂਟ ਤੇ ਜਿਹੜਾ dt ਗਿਵਨ ਆ ਉਹਦੀ ਵੈਲਿਊ 50 ਡਿਗਰੀ ਸੈਲਸੀਅਸ ਕਹਿ ਦੋ ਜਾਂ ਬੇਸ਼ੱਕ ਇਹ 50 ਕੈਲਵਿਨ ਵੀ ਗਿਣਿਆ ਜਾਣਾ ਜਿਹਦੀ ਲੋੜ ਹੋਏਗੀ ਉਹ ਯੂਜ਼ ਕਰਾਂਗੇ ਉਸ ਤੋਂ ਬਾਅਦ ਉਹਨੇ ਕੁਐਸਚਨ ਕਿਹਾ ਗਿਵਨ ਸਪੈਸਿਫਿਕ ਹੀਟ ਕੈਪੈਸਿਟੀ ਆਫ ਕਾਪਰ ਦੀ ਸਪੈਸਿਫਿਕ ਹੀਟ ਕੈਪੈਸਿਟੀ ਗਿਵਨ ਆ 0.1 ਕੈਲੋਰੀ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ ਠੀਕ ਹੈ ਨਾਰਮਲੀ ਅਸੀਂ ਕੈਲੋਰੀ ਚ ਨਹੀਂ ਰੱਖਦੇ ਅਸੀਂ ਜਾਊਲ ਚ ਲੈ ਜਾਂਦੇ ਗ੍ਰਾਮ ਦੇ ਕਿਲੋਗ੍ਰਾਮ ਬਣਾ ਲੈਂਦੇ ਜੇ ਇੱਥੇ ਤੁਸੀਂ ਐਸਐਚ ਗ੍ਰਾਮ ਦੇ ਕਿਲੋਗ੍ਰਾਮ ਬਣਾਏ ਹਨਾ ਔਰ ਸਪੈਸਿਫਿਕ ਹੀਟ ਐਸਐਚ ਯੂਜ਼ ਕਰ ਲਈ ਤਾਂ ਯੂਨਿਟ ਨਹੀਂ ਹੋ ਰਲਨੇ ਇਸ ਲਈ ਇਹ ਧਿਆਨ ਰੱਖ ਕੇ ਚਲੋ ਜਿਹਦੀ ਲੋੜ ਆ ਉਹਦੇ ਅਕੋਰਡਿੰਗਲੀ ਯੂਨਿਟ ਆਪਾਂ ਕਿੱਥੇ ਚੇਂਜ ਕਰਾਣਾ ਹੁਣ ਇਤੋਂ ਚੱਲਾਂ ਜੇ ਮਾਸ ਨੂੰ ਅਸੀਂ ਐਸਐਚ ਇੱਥੇ ਕਿਲੋਗ੍ਰਾਮ ਚ ਰੱਖ ਕੇ ਚਲੀਏ ਤੇ ਆ ਮੇਰੇ ਕੋਲ ਜਾਊਲ ਪਰ ਕਿਲੋਗ੍ਰਾਮ ਚ ਕਨਵਰਟ ਕਰਾਂਗਾ ਕੈਲੋਰੀ ਦੇ ਜਾਊਲ ਠੀਕ ਹੈ ਔਰ ਗ੍ਰਾਮ ਦੇ ਕਿਲੋਗ੍ਰਾਮ ਬਣਾ ਲਓ ਪਰ ਡਿਗਰੀ ਸੈਲਸੀਅਸ ਆ ਇੱਥੇ ਸੈਲਸੀਅਸ ਆ ਯੂਨਿਟ ਮੈਚ ਕਰਾ ਕੇ ਹੀ ਤੁਸੀਂ ਨਿਊਮੈਰੀਕਲ ਕੰਪਲੀਟ ਕਰਨਾ ਇੰਨਾ ਕਲੀਅਰ ਹੈ ਜੀ Yes, Yes, sir. sir. और अगे अपने को गिवन है assume that change in volume is negligible मतलब ये हो गया कि वॉल्यूम दी फॉर्म च जेड़ा वर्क आना आ pdv ये नहीं कंसीडर होया ਇਹਦਾ मतलब आ dv0 ਦਾ मतलब हो गया therefore pdv equal to dw equal to 0 ਤੇ ਫਿਰ ਫਰਸਟ ਲਾਅ ਦੇ ਅਕੋਰਡਿੰਗਲੀ ਆ ਟਰਮ ਨਿਕਲ ਗਈ बोर्ड क्लियर दिख रहा है बेटा Yes, sir. Yes, sir. Yes, sir. Yes, sir. जैस्मिन चेक कर बेटे तू अपना नेटवर्क थोड़ा जा इधर उधर किधर बैठ के देख बेटा ठीक है सो dw वाली टर्म निकल जानी है तो अपने को आ जाएगा we know that dq equal to du only
ਇਹ ਮਤਲਬ ਫਿਰ ਜੇ ਡੀਯੂ ਕਰਨਾ ਤਾਂ ਡੀਕਿਊ ਕਰ ਦਿਓ, ਆਪਣਾ ਡੀਯੂ ਆ ਗਿਆ। ਹੁਣ ਇਹਦੇ ਅਕੋਰਡਿੰਗਲੀ ਫਿਰ ਜੇ ਚੱਲੀਏ ਤੇ ਡੀਯੂ ਇਕੁਅਲ ਟੂ ਡੀਕਿਊ ਦਾ ਫਾਰਮੂਲਾ ਕਿਹੜਾ ਲੈ ਲਈਏ ਜੀ? ms delta t ms delta t ਸਾਰੇ ਵੇਰੀਏਬਲ ਆਪਣੇ ਬਣਦੇ ਆ, ਜਿਹੜਾ ਆਹੀ ਫਾਰਮੂਲਾ ਆਪਾਂ ਨੂੰ ਸ਼ੋ ਆਫ ਕਰਦੇ ਪਏ। ਇਸ ਲਈ m ਵੀ ਗਿਵਨ ਹੈ, s ਵੀ ਗਿਵਨ ਹੈ, dt ਵੀ ਗਿਵਨ ਹੈ। ਵੇਰੀਏਬਲ ਸਬਸਟੀਟਿਊਟ ਕਰ ਲਓ। m ਗ੍ਰਾਮ ਚਾਹੂ, ਇੱਥੇ ਪਰ ਗ੍ਰਾਮ ਆ, ਕਟਿਆ ਜਾਣਾ। ਠੀਕ ਹੈ ਜੀ। ਐਸ ਸੱਚ ਇਧਰੋਂ ਮੇਰੇ ਕੋਲ ਜਿਹੜਾ ਯੂਨਿਟ ਆ ਕੈਲਰੀ ਚੱਲਦਾ ਪਿਆ, ਟੈਂਪਰੇਚਰ ਦੀ ਚੇਂਜ ਸੈਲਸੀਅਸ ਦੇ ਵਿੱਚ ਗਿਵਨ ਆ। ਸਿਰਫ ਇਹ ਕਰ ਲਓ ਕਿ ਵੀ ਇੱਥੇ ਕੈਲਰੀ ਚ ਅਸੀਂ ਜ਼ਿਆਦਾਤਰ ਯੂਨਿਟ ਨਹੀਂ ਰੱਖਦੇ। ਠੀਕ ਹੈ, ਇਹਨੂੰ ਜਾਊਲ ਬਣਾ ਦਿਓ ਤੇ ਆਪਣੇ ਕੋਲ ਕਨਵਰਜਨ ਹੈਗੀ ਹੈ 1 ਕੈਲਰੀ ਇਕੁਅਲ ਟੂ 4.2 ਜਾਊਲ। ਠੀਕ ਹੈ, ਸੋ ਇਹਨੂੰ ਇੱਥੇ ਯੂਜ਼ ਕਰਕੇ ਸਪੈਸਿਫਿਕ ਹੀਟ ਆਪਣੀ 0.1 ਇਨਟੂ 4.2 ਜਾਊਲ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ, ਇਹਨੂੰ ਨੂਮੈਰੀਕਲ ਚ ਯੂਜ਼ ਕਰ ਲਾਂਗੇ। ਹੋ ਜੋ yes sir yes sir ਚਲੋ, ਇਦਾਂ ਦੇ ਕੁਐਸਚਨ ਦੇ ਅੰਦਰ ਸਿਰਫ ਇੱਕੋ ਚੀਜ਼ ਫਿਰ ਰਿਪੀਟ ਕਰ ਰਿਹਾ, ਧਿਆਨ ਰੱਖਣ ਵਾਲੀ ਹੁੰਦੀ ਆ ਕਿ ਵੀ ਯੂਨਿਟ ਪ੍ਰੋਪਰ ਹੋਣੇ ਚਾਹੀਦੇ। ਅਦਰਵਾਈਜ਼ ਜਦੋਂ ਨੰਬਰ ਜਾਣਾ ਇਸ ਟਾਈਪ ਦਾ ਨੂਮੈਰੀਕਲ ਚੋਂ ਯੂਨਿਟ ਬੇਸ ਜਾਣਾ ਬੇਟਾ ਨੰਬਰ। ਠੀਕ ਹੈ ਜੀ, ਧਿਆਨ ਰੱਖਿਓ। ਚਲੋ 12th ਨੂਮੈਰੀਕਲ ਦੀ ਸਟੇਟਮੈਂਟ ਪੜੋ ਇੱਕ ਵਾਰੀ ਚੰਗੀ ਤਰ੍ਹਾਂ। 12th ਦੀ ਸਟੇਟਮੈਂਟ ਪੜੋ। ਮੈਂ ਇੱਕ ਮਿੰਟ ਦੇਖਾਂ ਜੇ ਨੈਟ ਦੀ ਪ੍ਰੋਬਲਮ ਹੱਲ ਹੁੰਦੀ ਹੈ। ਜੈਸਮਿਨ ਮੈਂ ਚੇਂਜ ਕੀਤਾ ਬੇਟਾ ਨੈਟਵਰਕ ਇਧਰੋਂ, ਦੇਖ ਜੇ ਤੈਨੂੰ ਕਲੀਅਰ ਆ ਹੁਣ। ਸਰ ਅੱਗੇ ਨਾਲੋਂ ਕਲੀਅਰ ਆ, ਆ ਬੱਚੇ ਪਹਿਲਾਂ ਨਾਲੋਂ ਕਲੀਅਰ ਆ ਥੋੜਾ। ਕਲੀਅਰ ਆ, ਚਲੋ ਮੈਂ ਹੁਣ ਉਹ ਵਾਇਰ ਦੇ ਉੱਤੇ ਕੀਤਾ। ਚਲੋ 12th ਨੂਮੈਰੀਕਲ ਦੀ ਸਟੇਟਮੈਂਟ ਪੜੋ ਜੀ, ਅੰਦਰ ਚ ਮੈਂ ਇਹਦੀ ਪਿਕ ਬਣਾ ਰਿਹਾ। ਸਟੇਟਮੈਂਟ ਧਿਆਨ ਨਾਲ ਪੜਿਓ, ਮੈਂ ਪੁੱਛਣਾ ਬੇਟਾ ਤੁਹਾਡੇ ਕੋਲ ਆ ਕੁਐਸਚਨ। ਹਾਂਜੀ, ਕੁਐਸਚਨ ਹੈ ਗਿਵਨ a system is taken from state A to state C। ਇੱਕ ਵਾਰੀ ਉਹਨੇ ਕਿਹਾ along the path ADC। ਠੀਕ ਹੈ, ਉਹਨੇ ਡਿਫਾਈਨ ਕੀਤਾ amount of heat absorbed is 10 calorie and work done on the gas is 138 joule। calculate work done on or by the gas when 20 calorie of heat are absorbed in taking the system from state A to state C along the path ABC। ਕੀ ਮਤਲਬ ਹੋਇਆ ਬੇਟਾ? ਸਟੇਟਮੈਂਟ ਦੇ ਅਕੋਰਡਿੰਗਲੀ ਆਪਾਂ ਕਿੱਦਾਂ ਇਹਨੂੰ ਸੋਲਵ ਕਰਨਾ ਵਾ? ਮਨਿੰਦਰ, ਪ੍ਰਤਿਸ਼ਠਾ, ਮਨਿੰਦਰ ਤੇ ਪ੍ਰਤਿਸ਼ਠਾ, ਕੀ ਆਵਾਜ਼ ਆ ਰਹੀ ਆ? यस सर ਕਿੱਦਾਂ ਕਰਾਂਗੇ ਪੁੱਤ, ਹੈ ਆਈਡੀਆ? ਮਨਿੰਦਰ, प्रतिष्ठा, प्रतिष्ठा, जीवन, कोई मेरी आवाज आ रही सारिਆਂ ਨੂੰ? yes sir yes sir ਤੇ ਪੁੱਤ ਗੂੰਗੇ ਕਿਉਂ ਬਣ ਜਾਂਦੇ ਬੱਚੇ, ਮੈਨੂੰ ਇਹ ਨਹੀਂ ਤੁਹਾਡੀ ਸਮਝ ਲੱਗਦੀ। ਨਮਨ ਕਿੱਦਾਂ ਕਰਾਂਗੇ ਬੱਚੇ? नमन, मुस्कान, कृतिका, मैं देख लो। हाँ जी,
ਸਰ ਅਸੀਂ ਇਹਦਾ ਜੇ ਪਾਥ ADC ਦੇ ਵਿੱਚੋਂ ਡੈਲਟਾ U ਕੱਢ ਲਈਏ ਕਿਉਂਕਿ ਸਾਡੇ ਕੋਲ ਹੀਟ ਵੀ ਗਿਵਨ ਤੇ ਵਰਕ ਵੀ ਹੈਗਾ, ਤੇ ਫਿਰ ਦੂਸਰੇ ਪਾਥ ਵਿੱਚ ਉਹੀ ਲਗਾ ਕੇ। ਹੋ ਜਾਣਾ ਜੋ ਤੂੰ ਦੱਸਦਾ ਪਿਆ। ਮੈਂ ਤਾਂ ਇਹ ਪੁੱਛਣਾ ਚਾਹ ਰਿਹਾ, ਜਿਨ੍ਹਾਂ ਦੇ 7-8 ਦੇ ਨਾਮ ਮੈਂ ਲਿੱਤੇ, ਕਿਆ ਉਹਨਾਂ ਚੋਂ ਕਿਸੇ ਨੂੰ ਆਵਾਜ਼ ਨਹੀਂ ਆ ਰਹੀ ਮੇਰੀ? ਉਹਨਾਂ ਵਿੱਚੋਂ ਹੀ ਬੋਲੂਗਾ, ਹੋਰ ਕੋਈ ਨਹੀਂ ਹੁਣ ਇਸ ਵੇਲੇ ਬੋਲਿਓ। ਜਿਨ੍ਹਾਂ ਦੇ ਮੈਂ ਨਾਮ ਲਿੱਤੇ, ਕਿਆ ਉਹਨਾਂ ਨੂੰ ਆਵਾਜ਼ ਆ ਰਹੀ ਆ? ਨਹੀਂ ਤਾਂ ਮੈਂ ਇਧਰੋਂ ਰਿਮੂਵ ਕਰਾਂ। आ रही है सर। दोबारा पे ज्वाइन करो। नमन, मुस्कान, कृतिका, आ रही है सर। जीवन यस सर। ਤੇ ਫਿਰ ਬੋਲਦੇ ਕਿਉਂ ਨਹੀਂ ਬੱਚੇ, ਮੈਨੂੰ ਇਹ ਦੱਸ ਦਿਓ ਤੁਸੀਂ ਲੋਕ। ਝਿੜਕਣਾ ਨਹੀਂ ਮੈਂ ਚਾਹੁੰਦਾ, ਪਰ ਇਹ ਨਹੀਂ ਮਤਲਬ ਜੇ ਮੈਂ ਬੁਲਾਵਾਂ ਤਾਂ ਤੁਸੀਂ ਗੂੰਗੇ ਬਣ ਕੇ ਚੁੱਪ ਕਰਕੇ ਬੈਠੇ ਰਹੋ, ਇਹ ਨਹੀਂ ਹੋਏਗਾ। मनन जो कह रहे हैं बेटा वो सेम बिल्कुल वही वर्ड्स ने, उदे ही होना। ਤੁਹਾਡੇ ਕੋਲੋਂ ਨੇ ਕੁਐਸਚਨ ਚ ਕਿਹਾ, ਇਸ ਕੁਐਸਚਨ ਚ ਇੱਕ ਚੀਜ਼ ਧਿਆਨ ਚ ਰੱਖਣ ਵਾਲੀ ਜਿਹੜੀ ਹੈਗੀ ਆ, ਆਪਾਂ ਕੁਝ ਸਾਈਨ ਕਨਵੈਨਸ਼ਨਸ ਲਿੱਤੀਆਂ ਸੀਗੀਆਂ। ਮੈਂ ਇੱਕ ਵਾਰੀ ਜਲਦੀ ਜਲਦੀ ਰਿਕਾਲ ਕਰਾ ਰਿਹਾ। ਉਹ ਚ ਅਸੀਂ ਆ ਦੱਸਿਆ ਸੀਗਾ ਕਿ ਜਦੋਂ ਕਿਸੇ ਸਿਸਟਮ ਨੂੰ ਹੀਟ એનર્ਜੀ ਸਪਲਾਈ ਕਰਦੇ ਹੋ, ਜੇ ਸਿਸਟਮ ਹੀਟ ਐਬਜ਼ੌਰਬ ਕਰਦਾ ਤਾਂ ਅਸੀਂ ਉਹਦੀ ਵੈਲਿਊ ਪੋਜ਼ਿਟਿਵ ਲਵਾਂਗੇ। ਜੇ ਸਿਸਟਮ ਦੇ ਵਿੱਚੋਂ ਹੀਟ એનર્ਜੀ ਬਾਹਰ ਨਿਕਲਦੀ ਹੋਵੇ ਤੇ dq ਮੇਰੇ ਕੋਲ ਨੈਗੇਟਿਵ ਆ, ਠੀਕ ਹੈ। ਤੇ ਇਸੇ ਵੇ ਨਾ ਜਦੋਂ ਅਸੀਂ ਕਹਿੰਦੇ ਜੀ ਪਿਸਟਨ ਨੂੰ ਅਪਵਰਡ ਮੂਵ ਕਰਾਈਏ, ਠੀਕ ਹੈ, ਅਸੀਂ ਉਹਨੂੰ ਡਿਫਾਈਨ ਕਰਦੇ ਵਰਕ ਇਜ਼ ਡਨ ਬਾਏ ਦਾ ਗੈਸ। ਤੇ ਜੇ ਵਰਕ ਡਨ ਬਾਏ ਦਾ ਗੈਸ ਹੋਏਗਾ ਤੇ ਉਹ ਪੋਜ਼ਿਟਿਵ ਆ, ਤੇ ਜੇ ਪਿਸਟਨ ਡਾਊਨਵਰਡ ਆਂਦਾ ਹੋਵੇ ਯਾਨੀ ਵਰਕ ਇਜ਼ ਡਨ ਔਨ ਦਾ ਗੈਸ, ਆਪਣੇ ਕੁਐਸਚਨ 'ਚ ਲੋਡ ਪੈਣੀ ਆ, ਬਿਨਾ ਸਾਈਨ ਤੋਂ ਨੂਮੈਰੀਕਲ ਗਲਤ ਹੋ ਜਾਣਾ। ਜੇ ਵਰਕ ਇਜ਼ ਡਨ ਔਨ ਦਾ ਗੈਸ ਹੋਏਗਾ ਤੇ ਔਨ ਦਾ ਗੈਸ ਵਰਕ ਡਨ ਤੁਹਾਡੇ ਕੋਲ ਨੈਗੇਟਿਵ। और जे सिस्टम ਨੂੰ ਹੀਟ એનર્ਜੀ ਦਿੱਤੀ ਔਰ ਇਹਦੇ ਕਰਕੇ ਉਹਦੀ ਇੰਟਰਨਲ એનર્ਜੀ ਇਨਕਰੀਜ਼ ਹੋ ਗਈ ਤੇ du ਪੋਜ਼ਿਟਿਵ ਆ। ਤੇ ਜੇ ਸਿਸਟਮ ਦੇ ਵਿੱਚੋਂ ਅਸੀਂ SH ਇਹ ਕਹੀਏ ਕਿ ਉਹਦੀ SH ਇੰਟਰਨਲ એનર્ਜੀ ਡਿਕਰੀਜ਼ ਹੋ ਗਈ ਤੇ ਫਿਰ du ਦੀ ਵੈਲਿਊ ਮੇਰੀ ਨੈਗੇਟਿਵ ਆ। ਕਿ ਆ 6 ਸਾਈਨ ਜਿਹੜੇ ਲਿਖਦਾ ਪਿਆ, ਇਹ ਕਲੀਅਰ ਆ ਸਾਰਿਆਂ ਨੂੰ? यस सर। ਚਲ ਹੁਣ ਇਹਦੇ ਅਕੋਰਡਿੰਗਲੀ ਇਹ ਚੀਜ਼ਾਂ ਦੀ ਆਪਾਂ ਨੂੰ ਲੋਡ ਰਹਿਣੀ ਆ। ਉਹਨੇ ਕੁਐਸਚਨ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਵਰਡ ਪਕੜੋ ਕੀ ਗਏ। ਪਹਿਲੋ ਇੱਕ ਵਾਰੀ ਅਸੀਂ A ਤੋਂ C ਆਏ ਆ, ਠੀਕ ਹੈ ਜੀ, ਇਸ ਪਾਥ ਦੇ ਥਰੂ, ਮਤਲਬ ਸਾਡਾ ਪ੍ਰੈਸ਼ਰ ਵੋਲਿਊਮ ਆ ਇੱਕ ਕਰਵ ਦੇ ਅਕੋਰਡਿੰਗਲੀ ਚੇਂਜ ਹੋਇਆ। ਔਰ ਦੂਜੀ ਵਾਰੀ ਉਹ ਕਹਿੰਦਾ ਜੀ ਤੁਸੀਂ ਆਏ ਹੋ A ਤੋਂ C ਵਾਲੇ ਪਾਸੇ ਨੂੰ, ਕਹਿੰਦਾ ਜੀ ਥਰੂ ਦਾ ਪਾਥ ABC। ਦੋਨੋਂ ਵਾਰੀ ਕੇਸ ਜਿਹੜੇ ਨੇ ਉਹ ਚ ਗਿਵਨ ਕੀ ਹੈ, ਠੀਕ ਹੈ। ਦੋਨੋਂ ਕੇਸਿਸ ਦੇ ਅੰਦਰ ਸਿਸਟਮ ਇਨੀਸ਼ੀਅਲ ਤੋਂ ਫਾਈਨਲ ਸਟੇਜ ਜਿਹੜੀ ਲੈ ਰਿਹਾ ਉਹ ਸੇਮ ਆ। ਸਿਸਟਮ ਇਨੀਸ਼ੀਅਲ ਤੋਂ ਫਾਈਨਲ ਸਟੇਜ ਜਿਹੜੀ ਲਏਗਾ ਉਹ ਦੋਨਾਂ ਕੇਸਿਸ ਚ ਸੇਮ ਆ। ਇਸ ਲਾਈਨ ਦੀ ਲੋਡ ਕੀ ਬਣਨੀ ਆ, ਇਹਦੀ ਗੱਲ ਸਮਝਿਓ। ਉਹਨੇ ਆਪਾਂ ਨੂੰ ਨੂਮੈਰੀਕਲ ਚ ਕਿਹਾ ਸਿਸਟਮ ਟੇਕਨ ਫਰਮ A to C along the path ADC, amount of heat absorbed। ਇਹਦਾ ਮਤਲਬ ਆ ਜਿਹੜਾ ਸਿਸਟਮ ਕਿਹਨੂੰ ਕਹਿ ਰਹੇ, ਗੈਸ ਨੂੰ, ਉਹਨੇ ਹੀਟ ਐਬਜ਼ੌਰਬ ਕੀਤੀ ਆ। ਜੇ ਹੀਟ ਐਬਜ਼ੌਰਬ ਕਰੇ ਸਿਸਟਮ, ਪੋਜ਼ਿਟਿਵ ਆ ਕਿ ਨੈਗੇਟਿਵ ਆ? ਪੋਜ਼ਿਟਿਵ। Positive. ਮਤਲਬ +10 ਕੈਲੋਰੀ ਤੁਹਾਡੀ ਸਿਸਟਮ ਨੇ ਹੀਟ ਐਬਜ਼ੌਰਬ ਕੀਤੀ ਹੈ, ਮਤਲਬ dq ਮੇਰਾ +10। ਔਰ ਇਸ ਪ੍ਰੋਸੈਸ 'ਚ ਵਰਕ ਡਨ ਔਨ ਦਾ ਗੈਸ ਦੇ ਉੱਤੇ ਵਰਕ ਹੋਇਆ ਵਾ। ਤੇ ਜੇ ਔਨ ਦਾ ਗੈਸ ਵਰਕ ਹੋਏਗਾ ਇਹ ਪੋਜ਼ਿਟਿਵ ਔਰ ਨੈਗੇਟਿਵ? नेगेटिव। ਇਹਦਾ ਮਤਲਬ ਆਪਣੇ ਕੋਲ ਵਰਕ ਡਨ ਦੀ ਵੈਲਿਊ -138 ਜਾਊਲ ਗਿਵਨ ਆ, ਠੀਕ ਹੈ। ਉਹਨੇ ਕਿਹਾ ਜੀ ਫਿਰ ਪੁੱਛਿਆ ਕੀ ਆ, ਉਹ ਕਹਿੰਦਾ ਕੈਲਕੂਲੇਟ ਦਾ ਵਰਕ ਡਨ ਦੀ ਵੈਲਿਊ ਕੈਲਕੂਲੇਟ ਕਰੋ, ਯਾਨੀ ਇਹ dw1 ਹੋ ਗਿਆ ਤੇ dw2 ਅਸੀਂ ਕੈਲਕੂਲੇਟ ਕਰਨਾ, ਠੀਕ ਹੈ। ਉਹਨੇ ਕਿਹਾ ਕੈਲਕੂਲੇਟ ਦਾ ਵਰਕ ਡਨ ਔਨ ਔਰ ਬਾਈ, ਕਿਹੜਾ ਹੋਏਗਾ ਉਹ ਸਾਈਨ ਦੱਸੇਗਾ, ਠੀਕ ਹੈ ਜੀ। ਬਾਈ ਔਨ ਔਰ ਬਾਈ ਦਾ ਗੈਸ when 20 calorie of heat are absorbed in taking the system from A to C through the path B। ਇਹਦਾ ਮਤਲਬ ਦੂਜੀ ਵਾਰੀ ਸਿਸਟਮ ਨੇ ਫਿਰ ਹੀਟ ਐਬਜ਼ੌਰਬ ਕੀਤੀ ਆ, ਯਾਨੀ ਆ dq1 ਬਣ ਗਿਆ ਤੇ dq2 ਦੀ ਵੈਲਿਊ +20 ਕੈਲੋਰੀ ਆ। क्या ਇੰਨੀ ਗੱਲ ਕਲੀਅਰ ਆ? यस सर। ਤੇ ਬਿਲਕੁਲ ਸੌਖਾ ਜਿਹਾ ਕੁਐਸਚਨ ਬਣ ਜਾਂਦਾ ਜੇ ਥੋੜਾ ਜਿਹਾ ਇੱਕ ਚੀਜ਼ 'ਚ ਦਿਮਾਗ ਲਾ ਲਓ। dq dw ਕਿਹਦੇ ਥਰੂ ਲਿੰਕ ਹੋਣੇ ਆ? du। ਤੇ ਆ ਉੱਪਰਲੇ ਪਾਰਟ 'ਚ ਚੱਲਾਂ ਤੇ dqw ਹੈਗਾ, ਇਹ ਮਤਲਬ ਤੋਂ du ਬਣ ਸਕਦਾ। ਹੁਣ ਸਿਸਟਮ ਇਹ ਕਹਿੰਦਾ ਕਿ ਵੀ ਇਨੀਸ਼ੀਅਲ ਤੋਂ ਫਾਈਨਲ ਤੁਸੀਂ ਜਿਹੜੇ ਮਰਜ਼ੀ ਪਾਥ ਦੇ ਥਰੂ ਆ ਜਾਓ, ਇੰਟਰਨਲ એનર્ਜੀ ਮੇਰੇ ਕੋਲ ਜਿਹੜੀ ਆ ਉਹ ਇੰਡੀਪੈਂਡੈਂਟ ਆਫ ਪਾਥ ਹੋਏਗੀ। ਆ ਲਾਈਨ ਤੁਹਾਡੇ ਦਿਮਾਗ 'ਚ ਆਣੀ ਜ਼ਰੂਰੀ ਚਾਹੀਦੀ ਆ ਕਿ ਦੋਨਾਂ ਕੇਸਿਸ ਦੇ ਅੰਦਰ ਸਿਸਟਮ ਆਪਣੀ ਸੇਮ ਸਟੇਟ ਅਚੀਵ ਕਰਦਾ ਵਾ। ਤੇ ਜਦੋਂ ਦੋਨੋਂ ਕੇਸਿਸ 'ਚ ਸਿਸਟਮ ਸੇਮ ਸਟੇਟ ਅਚੀਵ ਕਰਦਾ
ਤੇ ਇਹਦਾ ਮਤਲਬ ਇੰਟਰਨਲ એનર્ਜੀ ਦੀ ਚੇਂਜ ਸਾਡੇ ਲਈ ਦੋਨਾਂ ਕੇਸ 'ਚ ਸੇਮ ਆ। ਪਹਿਲੇ ਚੋਂ ਇੰਟਰਨਲ એનર્ਜੀ ਕੱਢ ਲਓ, ਦੂਜੇ ਦੇ ਅੰਦਰ ਇੰਟਰਨਲ એનર્ਜੀ ਯੂਜ਼ ਕਰ ਲਓ ਤੇ ਆਪਣਾ ਵਰਕ ਡਨ ਦਾ ਸਾਈਨ ਚੈੱਕ ਕਰ ਲਓ, ਪਲੱਸ ਜਾ ਕੇ ਮਾਈਨਸ ਆ। ਉਹਨਾਂ ਅਸੀਂ ਇਹ ਦੱਸ ਪਾਵਾਂਗੇ ਕਿ ਵੀ ਮੇਰੇ ਕੋਲ ਐਸ ਸੱਚ ਵਰਕ ਡਨ ਬਾय ਦਾ ਗੈਸ ਆ ਕਿ ऑन ਦਾ ਗੈਸ ਆ। क्या समझ आया न्यूमेरिकल? Yes, sir. Yes, sir. Yes, sir. यानी आ एक लाइन है बस मेन एज अ चेंज इन ए सिस्टम, ठीक है, सिस्टम अचीव द सेम फाइनल स्टेट। ये लिख ता रहे हैं कि ਤੁਹਾਨੂੰ याद रह जाए जो बाद चो किसी ने कहना सिस्टम अचीव फाइनल स्टेट in the two cases, therefore du1 ਤੇ du2 ਆ ਦੋਨੋਂ ਦੇ ਦੋਨੋਂ ਮੇਰੇ ਇਕੁਅਲ ਆ ਜਾਓਗੇ ਤੇ ਇਤੋਂ ਚਲੀਏ ਤੇ ਇਹਦਾ ਮਤਲਬ ਆਪਣੇ ਕੋਲ ਆ ਗਿਆ dq2 equal to du2 plus dw2, ਠੀਕ ਹੈ। ਤੇ ਇਹਦੇ ਵਿੱਚੋਂ ਅਸੀਂ ਕੈਲਕੂਲੇਟ dw ਕਰਨਾ, ਉਹਦਾ ਫਾਰਮੂਲਾ ਲਿਖ ਕੇ ਰੱਖ ਦਿਓ। dw2 ਆਪਣੇ ਕੋਲ ਬਣ ਗਿਆ dq2 minus du2, ठीक है, इतने du1 ही लिख रहे हैं, ठीक है। इतने बेशक डिफाइन कर दो बिकॉज ऑफ इक्वेशन 1 आ जाएगा और du1 की वैल्यू आप ऊपर चुक लेने हैं। एमल जे du इसे वे ना लिखा ते ओदी वैल्यू इथे पुट कर दियो, अपना dw2 बन गया dq2 माइनस ऑफ du1 की थां ते आ जाएगा dq1 माइनस dw1। मेरी फाइनल इक्वेशन बन जानी है। ਇਹਦੇ ਵਿੱਚ dq2 ਵੀ ਆਪਣੇ ਕੋਲ ਹੈਗਾ, dq1 ਵੀ ਹੈਗਾ, dw1 ਵੀ ਹੈਗਾ ਵਿਦ ਸਾਈਨ। ਇਹ ਚੀਜ਼ਾਂ ਇੱਥੇ ਪੁੱਟ ਕਰ ਲਓ, ਠੀਕ ਹੈ, ਤੇ ਆਪਣੇ ਕੋਲ dw2 ਆ ਜਾਓ। Yes, sir. Yes, sir. ਕਿੰਨਾ ਕਲੀਅਰ ਆ ਸਾਰਿਆਂ ਨੂੰ? Yes, sir. Yes, sir. ਚਲੋ ਮੈਂ ਕੱਲ ਵੀ ਕਿਹਾ ਕਿ ਵੀ ਉਹੀ 5-7 ਨਹੀਂ, ਬਾਕੀ ਜਾਣੇ ਰਿਸਪੌਂਡ ਕਰਨਾ ਸਿੱਖੋ, ਠੀਕ ਹੈ ਜੀ, ਨਹੀਂ ਤੇ ਮੈਂ ਰਿਮੂਵ ਕਰ ਦੇਣੇ ਫੜ ਕੇ। मैं बार बार कहना तो उन्होंने का रिस्पांस कोई नहीं आता, वही 5-7 ਨੂੰ बार बार फिर बेचारे ਨੂੰ बोलना पैंदा। चलो नेक्स्ट 13 न्यूमेरिकल दी स्टेटमेंट जल्दी 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 स्टेटमेंट पढ़ो, मैं पूछनी है स्टेटमेंट। हाँ जी पढ़ लिया? चलो क्वेश्चन है गिवन है, एक बार स्टेटमेंट समझ लो पहलो। The volume of steam produced by 1 gram of water at 100 degrees Celsius is 1650 centimeter cube. Calculate change in internal energy during the change of state. Given latent heat of steam 540 calorie per gram. पढ़ लिया ना बेटा सारे ने? Yes, sir. Yes, sir. Yes, sir. जसमीत चीमा स्टेटमेंट ਦੇ ਅਕੋਰਡਿੰਗਲੀ ਕਿਹੜੇ ਕਿਹੜੇ ਵੇਰੀਏਬਲ ਦਿੱਤੇ ਉਹ ਬੋਲੋ ਬੱਚੇ, ਤੇ ਜਾਂ ਇੰਦਰਪ੍ਰੀਤ ਦੋਨਾਂ ਚੋਂ ਇੱਕ ਨਾ ਬੋਲੇਗਾ। ਸਰ ਇੱਕ ਤਾਂ ਵੋਲਿਊਮ ਦਿੱਤਾ ਹੋਇਆ, ਹਾਂਜੀ ਬੇਟਾ। ਸਰ ਸਟੀਮ ਦੀ ਲੇਟੈਂਟ ਹੀਟ। ਹਾਂਜੀ ਬਿਲਕੁਲ। ਮੈਨੂੰ ਵੇਰੀਏਬਲ ਲਿਖਾਏਂਗੀ ਪੁੱਤ ਜਸਮੀਤ? ਯੈਸ ਸਰ। ਵੇਰੀਏਬਲ ਬੋਲੋ ਕੀ ਲਿਖਾਂ? ਇੱਕ ਵੋਲਿਊਮ ਗਿਵਨ ਆ। ਵੇਰੀਏਬਲ ਬੋਲਣਾ ਹੀ, ਵੋਲਿਊਮ ਤਾਂ ਹੈਗਾ, ਉਹਨੂੰ ਮੈਂ ਕੀ ਵੇਰੀਏਬਲ ਦਾ ਸਿੰਬਲ ਦੇ ਕੇ ਚੱਲਾਂ? The latent heat of steam. ਆਹੋ ਮੇਰਾ ਵੇਰੀਏਬਲ ਕਿਹੜਾ ਬਣਿਆ? ਲੇਟੈਂਟ ਹੀਟ ਦਾ ਮਤਲਬ ਮੈਨੂੰ L ਆ ਗਿਆ ਨਾ। L ਗਿਵਨ ਆ ਮੇਰੇ ਕੋਲ ਜਿਹੜਾ SH 540 ਕੈਲੋਰੀ ਪਰ ਗ੍ਰਾਮ ਆ, ਮੇਰੇ ਕੋਲ ਨੇ L ਦੀ ਵੈਲਿਊ ਦੇ ਦਿੱਤੀ। ਇਹਦੇ ਬਾਕੀ ਵੇਰੀਏਬਲ ਬੋਲ ਕਿਹੜਾ ਕਿਹੜਾ ਹੈਗਾ ਆਪਣੇ ਕੋਲ? ਇੰਦਰ ਉਹਦੇ ਨੈਟਵਰਕ ਪ੍ਰੋਬਲਮ ਹੈ। ਇੰਦਰ ਸਰ ਟੈਂਪਰੇਚਰ हाँ बच्चे कितना टेम्परेचर लवा? 100 केड़ा वेरिएबल लिखा? T लिखा, dt लिखा, T1 लिखा, T2 लिखा, की लिखा इनु? चलो कोई और बोलो, मैंने लगा वो नेटवर्क की प्रॉब्लम ही चल रही है उधर।
क्वेश्चन च अपन गिवन है वॉल्यूम ऑफ द स्टीम प्रोड्यूस्ड बाय, समझो बुत ध्यान नाल, क्वेश्चन च कुछ है चीजां समझण वालियां। वॉल्यूम ऑफ द स्टीम प्रोड्यूस्ड बाय 1 ग्राम ऑफ वाटर एट 100 डिग्री सेल्सियस, टेंपरेचर अपना 100 डिग्री सेल्सियस ही रहना क्योंकि इस मूवमेंट ते स्टेट चेंज हुंदी पई है। ठीक है, इनू यूज किदा करना ओदी गल बाद चो करदे हां। उन्हें कहा जी वॉल्यूम ऑफ स्टीम प्रोड्यूस्ड बाय 1 ग्राम ऑफ वाटर, मास ऑफ वाटर तुहाडे कोल 1 ग्राम गिवन आ। ठीक है, m 1 ग्राम आ गया, टेंपरेचर 100 डिग्री आ। ठीक है, उन्हें कहा जी वॉल्यूम ऑफ द स्टीम प्रोड्यूस्ड बाय 1 ग्राम ऑफ वाटर एट 100 डिग्री सेल्सियस इज 1650 सेंटीमीटर क्यूब। वॉल्यूम अपने को 1650 सेंटीमीटर क्यूब आ। इनू हजे ਆਪਾਂ चेंज करना, कुछ गल बाद चो जोड़ांगा। कैलकुलेट चेंज इन इंटरनल एनर्जी ड्यूरिंग चेंज ऑफ स्टेट। इंटरनल एनर्जी दी चेंज यानी du कढना ही, केड़ा फार्मूला सोचोगे कि आप अप्लाई कर सकते हैं? बोलो कोई है ना, केड़ा फार्मूला आप अप्लाई कर पावांगे? सर एक ਤਾਂ dq is equal to ml। बिल्कुल dq इक्वल टू ml तो बनेगा। अपना du ਦਾ ਫਾਰਮੂਲਾ ਜੇ ਲਈਏ ਤੇ ਫਿਰ ਫਰਸਟ ਲॉ ਲੱਗ ਜਾਓ ਆਪਣਾ। ਯੈਸ ਸਰ। ਇਹਦੇ ਨਾਲ ਜਿਹੜੇ ਫਾਰਮੂਲੇ ਚੋਂ ਆਪਾਂ du ਕੱਢਣਾ, ਪਹਿਲਾਂ ਫਾਰਮੂਲਾ ਡਿਵੈਲਪ ਕਰ ਦਿਓ। dq ਆ ਗਿਆ du dw, dw ਦੀ ਥਾਂ ਤੇ ਆਪਾਂ pdv ਲਿਖ ਲੈਣੇ। ਠੀਕ ਹੈ, ਇਹ ਤੋਂ ਜੇ du ਕੱਢਣਾ ਤੇ देयरफॉर du ਵਾਸਤੇ ਫਾਰਮੂਲਾ dq p dv ਬਣਿਆ। ਹੁਣ ਪੁੱਤ ਇੱਥੇ ਸਮਝਣ ਵਾਲੀ ਕੀ ਚੀਜ਼ਾਂ ਨੇ ਉਹ ਸਮਝਿਓ। अपने कोल एस सच जे तो dq लेके चलिए, dq नहीं गिवन बट ओदी थां ते मैनू मास ऑफ सबस्टेंस ते लेटेंट हीट, और उन्हें क्वेश्चन च क्या वा कि स्टेट चेंज हुंदी पई आ। लविशा एक बार इस वाले अटेंडेंस लै, मैं शॉर्ट देखना किन्ने होए न्याणे। ठीक है, m गिवन आ, l गिवन आ। समीक्षा देख लीजिए लविशा नहीं विच ते अटेंडेंस नहीं बेटा। एमल dq दी वैल्यू एस सच बनानी होवे, dq तो बन गया मेरा m into l तो आ टर्म समझियो ध्यान नाल p into dv। अपना प्रेशर कितना गिवन है क्वेश्चन च? सर दिता ही नहीं प्रेशर में लगता दिता ही नहीं है ना। हाँ प्रेशर दिता नहीं, फिर किदा गल बनूगी। और दूजी गल अपने को dv कितना लेके चलिए, अपने को तो वॉल्यूम गिवन है। हुण पुत्त दो चीज़ां ध्यान नाल समझ लियो। ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਉਹਨੂੰ ਹੀਟ ਕਰਦੇ ਪਏ ਹੋ, ਸਟੇਟ ਚੇਂਜ ਕਰਦੇ ਪਏ है ना, ते उस मूवमेंट ते जिहड़ा एसएच सारा प्रोसेस कैरी ऑन करदे पे टू चेंज द स्टेट ऑफ वाटर है ना, इट शुड बी कैरीड आउट एट एटमॉस्फेरिक प्रेशर। जे इत्थे प्रेशर नहीं गिवन ते इहदा मतलब है ये अंडर नॉर्मल कंडीशन जिहड़ा वा, ठीक है, नॉर्मल टेंपरेचर प्रेशर दे उत्ते ये चीज़ां तुहाडीआं जिहड़ियां कैरीड आउट हो रहीआं ते उदों असीं वाटर दी स्टेट जिहड़ी चेंज कराई आ, ਇਹਦੇ ਲਈ ਪ੍ਰੈਸ਼ਰ ਜਿਹੜਾ ਵਾ ਉਹ ਸਾਡੇ ਕੋਲ ਐਸ ਸੱਚ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਕੰਸੀਡਰ ਹੋਏਗਾ। ਕਿ ਆ ਇੱਕ ਪਹਿਲੀ ਗੱਲ ਸਮਝ ਲੱਗੀ? यस सर। ਬੱਚੇ ਮੈਂ ਫੇਰ ਰਿਪੀਟ ਕਰ ਰਿਹਾ, ਕੁਐਸਚਨ ਚ ਦੋ ਚੀਜ਼ਾਂ ਧਿਆਨ ਨਾਲ ਸਮਝਣ ਵਾਲੀਆਂ ਵਾ। ਠੀਕ ਹੈ, dq ਮੇਰਾ ਬਣ ਜਾਣਾ, ਆਪਾਂ ਪਹਿਲਾਂ ਉੱਪਰ ਗੱਲ ਕਰਿਆ ਆ ਕਿ ਜੇ ਸਟੇਟ ਚੇਂਜ ਹੋਵੇ ਤੇ m into l ਤੋਂ ਬਣਦਾ, ਤੇ ਜੇ ਟੈਂਪਰੇਚਰ ਚੇਂਜ ਹੁੰਦਾ ਵਾ ਤੇ ms dt ਤੋਂ ਬਣਦਾ। इत्थे dq दी थां ते, इत्थे dq दी थां ते मैं लिखना होवे ते इत्थे ते ml लिख दूं। हुण आ दो वेरिएबल जेडे ने p किन्ना वा क्वेश्चन च ते dv किन्ना, ते बेटा dv मेरा 1650 नहीं हैगा, dv बनाना वा। उन्हें क्वेश्चन च कहा कि 1 ग्राम वाटर दा मास सी जिहड़ी 100 डिग्री सेल्सियस ते जाके ओदा वॉल्यूम इन्ना बन गया, ये 100 डिग्री ते इन्ना वॉल्यूम बनया। उस मोमेंट ते जदों स्टीम बनदी पई आ ਉਹਦਾ ਇਨੀਸ਼ੀਅਲ ਵੋਲਿਊਮ ਕਿੰਨਾ ਵਾ, ਤੇ ਉਹ ਇਨੀਸ਼ੀਅਲ ਵੋਲਿਊਮ ਅਸੀਂ ਉਹਦੇ ਮਾਸ ਦੀ ਹੈਲਪ ਨਾਲ ਕੱਢ ਸਕਦੇ ਹਾਂ। ਮੈਨੂੰ ਵਾਟਰ ਦਾ ਮਾਸ ਪਤਾ, ਠੀਕ ਹੈ, ਤੇ ਦੂਜਾ ਵਾਟਰ ਦੀ ਡੈਂਸਿਟੀ ਵੀ ਪਤਾ। ਇਹਦਾ ਮਤਲਬ ਮਾਸ ਤੇ ਡੈਂਸਿਟੀ ਦੀ ਹੈਲਪ ਨਾਲ ਅਸੀਂ ਇਨੀਸ਼ੀਅਲ ਵੋਲਿਊਮ ਆਫ ਵਾਟਰ ਦੱਸਾਂਗੇ। ਠੀਕ ਹੈ, ਮਾਸ ਤੇ ਡੈਂਸਿਟੀ ਦੀ ਹੈਲਪ ਨਾਲ ਇਨੀਸ਼ੀਅਲ ਵੋਲਿਊਮ ਦੱਸੂ, ਫਾਈਨਲ ਵੋਲਿਊਮ ਇੰਨਾ ਬਣ ਜਾਣਾ, ਫਿਰ ਉਹਦੀ ਹੈਲਪ ਨਾਲ ਮੇਰਾ ਡੀਵੀ ਚੇਂਜ ਇਨ वॉल्यूम बनेगा। क्या डीवी समझ आ रहा है सारिਆਂ ਨੂੰ ਕਿੱਦਾਂ ਲੈ ਰਹੇ ਆ? यस सर। यस सर। Yes, sir. ਤੇ ਦੂਜਾ ਵਰਡ ਪ੍ਰੈਸ਼ਰ, ਜਿਹੜਾ ਪ੍ਰੈਸ਼ਰ ਮੇਰੇ ਕੋਲ ਐਸ ਸੱਚ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੋਏਗਾ। ਇਹਦਾ ਮਤਲਬ ਆ ਦੋ ਵੇਰੀਏਬਲ ਜਿਹੜੇ ਅਸੀਂ ਬਣਾਣੇ ਆ, ਪਹਿਲਾਂ ਇਹਨੂੰ ਕੰਪਲੀਟ ਕਰਾਂਗੇ, ਫਿਰ ਇੱਥੇ ਵੈਲਿਊ ਲਿਆਵਾਂਗੇ। ਹੇਅਰ
ਆਪਣੇ ਕੋਲ ਜਿਹੜਾ V1 ਹੋਏਗਾ, ਆਪਾਂ ਜੇ ਐਸਐਚ ਡੈਂਸਿਟੀ ਮਾਸ ਬਾਈ ਡੈਂਸਿਟੀ ਆਪਣੀ ਮਾਸ ਬਾਈ ਵੋਲੀਅਮ ਹੋ ਗਈ, ਤੇ ਵੋਲੀਅਮ ਮੇਰੇ ਕੋਲ ਮਾਸ ਬਾਈ ਡੈਂਸਿਟੀ ਤੋਂ ਬਣ ਗਿਆ। ਠੀਕ ਹੈ, ਮਾਸ ਮੇਰੇ ਕੋਲ ਜਿਹੜਾ ਗਿਵਨ ਆ ਵਾਟਰ ਦਾ ਉਹ 1 ਗ੍ਰਾਮ ਆ, ਔਰ ਡੈਂਸਿਟੀ ਆਫ ਵਾਟਰ ਕਿੰਨੀ ਹੁੰਦੀ ਜੀ? 1 ग्राम पर सेंटीमीटर 1 ਗ੍ਰਾਮ ਪਰ ਸੈਂਟੀਮੀਟਰ ਕਿਊਬ। ਇਹਦਾ ਮਤਲਬ ਆ ਵੈਲਿਊ 1 ਗ੍ਰਾਮ ਪਰ ਸੈਂਟੀਮੀਟਰ ਕਿਊਬ, ਤੇ ਆ ਗ੍ਰਾਮ ਨਾਲ ਗ੍ਰਾਮ ਕੱਟੇਗੇ ਤੇ ਮੇਰੇ ਕੋਲ ਜਿਹੜਾ ਇਨੀਸ਼ੀਅਲ ਵੋਲੀਅਮ ਆ ਉਹ 1 ਸੈਂਟੀਮੀਟਰ ਕਿਊਬ ਆ ਜੂ। क्या इनिशियल वॉल्यूम दी कंडीशन समझ आई? यस सर। चलो, सो इनिशियल वॉल्यूम मेरा 1 सेंटीमीटर क्यूब आ फिर मेरा बन गया जी फाइनल वॉल्यूम। इनो आप V2 लिख सकते। साजन समय लगता पिया? यस सर। सो V1 आ गया, V2 आ गया, इथों चेंज इन वॉल्यूम काट दो, तो चेंज इन वॉल्यूम 1650 माइनस 1 1649 सेंटीमीटर क्यूब, ये मेरा बनया DV। हुण रह गया P, ਤੇ P ਅਸੀਂ ਕਹਿੰਨੇ ਜੇ ਨਹੀਂ ਗਿਵਨ ਤੇ ਇਹਦਾ ਮਤਲਬ ਵਾਟਰ ਦੀ ਬੋਇਲਿੰਗ ਪ੍ਰੋਸੈਸ ਜਿਹੜਾ ਵਾ ਉਹ ਐਟ ਐਟਮੋਸਫੈਰਿਕ ਪ੍ਰੈਸ਼ਰ ਚ ਹੁੰਦਾ ਪਿਆ। ਠੀਕ ਹੈ, ਇਹਦਾ ਮਤਲਬ ਜਿਹੜਾ P ਹੋਏਗਾ ਇਹ 1 ਐਟਮੋਸਫੈਰਿਕ ਪ੍ਰੈਸ਼ਰ ਦੇ ਬਰਾਬਰ ਆ ਬੇਟਾ। ਉਹ ਤੇ ਕੈਮਿਸਟਰੀ ਚ ਯੂਨਿਟ ਪੜਿਆ ਨਾ? यस सर। Yes. Yes, sir. ਚਲੋ, ਇਹ ਮਤਲਬ ਪ੍ਰੈਸ਼ਰ ਮੇਰਾ 1 ਐਟਮੋਸਫੈਰਿਕ ਪ੍ਰੈਸ਼ਰ ਆ। ਅਸੀਂ SI ਯੂਨਿਟ ਰੱਖਣੇ ਆ ਸਾਰੇ, ਹੈ ਨਾ? ਤੇ ਜੇ ਮੈਂ SI ਯੂਨਿਟ ਬਣਾਣਾ ਤੇ ਇਹਨੂੰ ਤੁਸੀਂ SI ਯੂਨਿਟ ਚ ਕਿੰਨਾ ਬਣਾਓਗੇ? है आइडिया? 10 raised to the power 5 Newton per meter square. 1 atmospheric pressure equal to 10 raised to power 5 Newton per meter square। ठीक है जी। ਹੁਣ ਆ ਆਪਣਾ PV ਆ ਗਿਆ, DV ਆ ਗਿਆ, ਸਿਰਫ ਇਹ ਕਰਾਂਗੇ ਇਹ ਸੈਂਟੀਮੀਟਰ ਕਿਊਬ ਚ ਇਹਦਾ ਯੂਨਿਟ ਚੇਂਜ ਕਰ ਦਿਓ। ਠੀਕ ਹੈ, ਇਹ ਮੇਰੇ ਕੋਲ ਮੀਟਰ ਕਿਊਬ ਚ ਕਨਵਰਟ ਕਰ ਲਾਂਗੇ। ਠੀਕ ਹੈ, ਇੱਥੇ ਆ ਜਾਓ M ਤੇ L, है ना? ਇਹਦੇ ਯੂਨਿਟ ਤੇ ਵੀ ਆਈਏ। मास मेरा 1 ग्राम आ मल्टीप्लाई 540 कैलोरी पर ग्राम। चलो मैं वेरिएबल लिख के ਤੁਹਾਨੂੰ ਨਾਲ ਦੱਸਦਾ। ਆਪਾਂ ਇੱਥੇ ਜੇ SH dq ਇਕੁਅਲ ਟੂ ਆ ਤੇ ਆਪਣਾ ਬਣ ਗਿਆ dv ਦੁਆਰਾ ਆਪਾਂ dv ਦਾ ਯੂਨਿਟ ਲਿਖ ਦਈਏ 1649 ਇਨਟੂ ਸੈਂਟੀਮੀਟਰ ਦਾ ਕਿਊਬ ਆ 10 ਰੇਜ਼ ਟੂ ਪਾਵਰ -2 ਮੀਟਰ ਦਾ ਹੋਲ ਕਿਊਬ। ਇਹ ਮੈਂ 10 ਰੇਜ਼ ਟੂ ਪਾਵਰ -6 ਮੀਟਰ ਕਿਊਬ। ਕਲੀਅਰ ਹੈ ਜੀ? यस सर। ਇਹਦਾ ਮਤਲਬ ਜੇ ਆਪਾਂ ਇੱਥੇ ਬਣਾ ਲਈਏ ਤੇ ਆਪਣੀ PDB ਵਾਲੀ ਟਰਮ ਜਿਹੜੀ ਹੋਏਗੀ, PDB ਵਾਲੀ ਟਰਮ ਜਿਹੜੀ ਆਪਣੀ ਹੋਏਗੀ ਉਹ ਬਣ ਗਈ 1649 into 10 raised to power -1। ਆ ਐਡਜਸਟ ਕਰ ਲਓ P ਤੇ DB ਦੀ ਪਾਵਰ ਆਪਸ ਦੇ ਵਿੱਚ। ਠੀਕ ਹੈ, 1649 into 10 raised to power -1 ਇਹ ਮੇਰੇ ਕੋਲ ਇੰਨੇ ਜਾਊਲ, ਇਹ ਜਾਊਲ ਜਾਏਗੀ ਵੈਲਿਊ। ਉਹ ਤਾਂ ਯੂਨਿਟ ਪਤਾ ਲੱਗਿਆ ਕਿੱਦਾਂ ਲਿਖਿਆ? यस सर। ਬੱਚੇ ਆਪਾਂ ਇਹ PDB ਕਿਹਦੀ ਵੈਲਿਊ ਬਣਾਈ ਆ? PDB DW ਨੂੰ ਕਿਹਾ ਜਾਂਦਾ ਨਾ, ਤੇ DW ਮੇਰਾ ਵਰਕ ਡਨ ਆ, ਵਰਕ ਡਨ ਮੇਰਾ ਜਾਊਲ ਚ ਆ ਗਿਆ, ਇਸ ਲਈ ਆ PDB ਦੀ ਵੈਲਿਊ ਬਣ ਗਈ। ਉਹ ਤੇ ਯੂਨਿਟ ਬਾਰ-ਬਾਰ ਕਹੂੰਗਾ, ਯੂਨਿਟ ਜ਼ਰੂਰ ਧਿਆਨ ਰੱਖਿਓ, ਜਦੋਂ ਗਲਤੀ ਫੜਨੀ ਸੀ ਤਾਂ ਤੁਹਾਡੇ ਯੂਨਿਟ ਚੋਂ ਫੜਨੀ ਸੀ ਸਭ ਤੋਂ ਪਹਿਲਾਂ। ਠੀਕ ਹੈ, ਔਰ ਦੂਜੀ ਚੀਜ਼ ਇੱਥੇ SH ml ਵਾਲੀ ਟਰਮ DQ ਬਣਾ ਲਓ। ਮਾਸ 1 ਗ੍ਰਾਮ ਗਿਵਨ ਆ, मास 1 ग्राम गिवन है, लेटेंट हीट 540 कैलोरी पर ग्राम आ, ते ਇਹਦੇ ਵਿੱਚੋਂ ग्राम पर ग्राम कैंसल हो जाना, ਇਹ 540 कैलोरी ਬਣਿਆ ਤੇ ਇਹਨੂੰ ਵੀ ਜਾਊਲ ਚ ਚੇਂਜ ਕਰਨਾ ਵਾ, ਇਸ ਲਈ ਇਹਦੀ ਵੈਲਿਊ 540 into 4.2 ਜਾਊਲ, ਯਾਨੀ ਆ ਮੇਰੇ ਕੋਲ SH ਮੇਰੇ DQ ਦੀ ਵੈਲਿਊ ਬਣ ਜੂ। ਕਲੀਅਰ ਆ? Yes, sir. Yes, sir. ਹੁਣ SH ਜੇ ਯੂਨਿਟ ਲੈ ਕੇ ਚੱਲੀਏ D ਆਪਣੇ ਕੋਲ ਜਿਹੜਾ DQ ਆ ਉਹ ਵੀ SI ਯੂਨਿਟ ਚ ਆ ਗਿਆ, ਜਿਹੜਾ DW PDB ਆ ਉਹ ਵੀ ਆਪਣਾ SI ਯੂਨਿਟ ਚ। ਆ ਦੋਨੋਂ ਵੈਲਿਊ ਤੇ ਪੁੱਟ ਅਪ ਕਰ ਦਿਓ, then we get the value for the DU। ਫਿਰ ਤੁਹਾਡੇ ਕੋਲ DU ਤੁਹਾਡੀ ਇੰਟਰਨਲ એનર્ਜੀ SI ਯੂਨਿਟ ਚ ਆ ਜਾਏਗੀ। क्या क्लियर है? Yes, sir. यस सर। फर्दर कंप्लीट हो जाएगा, इस तो आगे कंप्लीट हो जाएगा पुत्र। Therefore SH तो लिखदा ते DU दी वैल्यू आ गई 540 into 4.2 minus 1649 into 10 raised to power -1। आ सॉल्व करके साडा आंसर बन जाना। क्या न्यूमेरिकल पूरा क्लियर है हुन सारियां नु? Yes, sir. Yes, sir. Yes, sir. चलो डन। नेक्स्ट न्यूमेरिकल जल्दी जल्दी करिए। 14 दी स्टेटमेंट जल्दी बेटा।
हाँ जी बोलो स्टेटमेंट 14 दी कोई है ना 14 दी स्टेटमेंट करो एक्सप्लेन कोई है ना समीक्षा सर चल साजन बोल 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 बोल, बोल बेटा सर इंटरनल एनर्जी कैलकुलेट करनी है एयर दी जो 0 डिग्री टू 2 डिग्री कर दी है हाँ टेंपरेचर जी और गिवन की है बेटा और वेरिए अपने को सर स्पेसिफिक हीट एयर एट कांस्टेंट हैगा वा वॉल्यूम हैगी है 0.172 कैलोरीज पर ग्राम पर डिग्री बोल क्या करो पूरा यूनिट बोलो ਤੁਹਾਨੂੰ ਬੋਲਣਾ ਤਾਂ ਨੇ यूनिट याद भी ਤਾਂ ਹੀ ਰਹਿੰਦੇ ਹੁੰਦੇ ਆ ਉਹਨੇ ਆਪਣੇ ਕੁਐਸਚਨ ਕਿਹਾ ਕੈਲਕੂਲੇਟ ਦਾ ਚੇਂਜ ਇਨ ਇੰਟਰਨਲ એનર્ਜੀ ਹੈ ਨਾ ਇਹਦਾ ਮਤਲਬ ਜਿਹੜਾ ਵੇਰੀਏਬਲ ਆਪਾਂ ਲੱਭਣਾ ਵਾ 14th numerical calculate change in internal energy du लेके रख लो कि भी ਆਪਾਂ फाइंड आउट करना given when 5 gram of air mass of air given ਇਹ ਮਤਲਬ 5 gram mass of air ਹੈ ਬੇਟਾ ਉਹ ਤੇ ਵੇਰੀਏਬਲ ਹੈ ਨਾ ਲਿਖ ਲਿਆ ਕਰੋ ਇੱਕ ਵਾਰੀ ਕੰਪਲੀਟ ਸਟੇਟਮੈਂਟ ਪੜ੍ਹ ਲਓ ਮੁੜ ਕੇ ਦੂਜੀ ਵਾਰੀ ਸਟੇਟਮੈਂਟ ਪੜ੍ਹਦੇ ਚਲੋ ਵੇਰੀਏਬਲ ਵਿੱਚੋਂ ਕੱਢ ਕੇ ਲਿਖਦੇ ਜਾਇਆ ਕਰੋ ठीक है फॉर्मूला दिमाग से बनना शुरू हो जाता है when 5 gram of air is heated at 0 heated from 0 to 2 degree ਇਹਦਾ ਮਤਲਬ ਤੁਹਾਡੇ ਕੋਲ ਚੇਂਜ ਇਨ ਟੈਂਪਰੇਚਰ ਜਿਹੜਾ ਵਾ ਉਹ 2 ਡਿਗਰੀ ਸੈਲਸੀਅਸ ਗਿਵਨ ਆ ਕਲੀਅਰ ਆ यस सर ਉਹਨੇ ਹੁਣ ਆਪਣੇ ਕੋਲ ਕੀ ਕਿਹਾ ਸਪੈਸਿਫਿਕ ਹੀਟ ਯਾਨੀ ਸਪੈਸਿਫਿਕ ਹੀਟ ਕੈਪੈਸਿਟੀ ਆਫ 에ਅਰ ਐਟ ਕਨਸਟੈਂਟ ਵੋਲਿਊਮ ਇਹ ਕਿਹੜਾ ਵੇਰੀਏਬਲ ਆ सीवी ਇਹ ਆਪਣੇ ਕੋਲ CV ਗਿਵਨ ਹੋ ਗਿਆ ਠੀਕ ਹੈ ਨਾ ਉਹਨੇ ਸਪੈਸਿਫਿਕ ਹੀਟ ਐਟ ਕਨਸਟੈਂਟ ਵੋਲਿਊਮ ਕਹੀ ਆ ਤੇ CP ਤੇ CV ਦੋ ਵੇਰੀਏਬਲ ਆਪਾਂ ਲੈ ਕੇ ਚੱਲਦੇ ਸੀ ਉਹਦੀ ਵੈਲਿਊ ਨੇ ਦੱਸ ਦਿੱਤੀ 0.172 ਕੈਲੋਰੀ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ ਹੁਣ ਆ ਵੇਰੀਏਬਲ ਗਿਵਨ ਆ ਤੇ DU ਆਪਾਂ ਫਾਈਂਡ ਆਊਟ ਕਰਨਾ ਕੀ ਕਰੀਏ ਜੀ ਕਿਦਾਂ ਸੋਚਾਂਗੇ ਇਸ ਕੁਐਸਚਨ ਨੂੰ ਸਰ ਫਰਸਟ ਲਾਅ ਦੇ ਅਕੋਰਡਿੰਗ ਹੀ ਨਿਕਲ ਜਾਊਗਾ ਬਿਲਕੁਲ ਬੋਲੋ ਕਿਦਾਂ ਲਗਾ ਦਈਏ ਸਰ dq is equals to du plus dw ਲਗਾ ਦਾਂਗੇ dw 0 ਹੈ ਇਸ ਕੇਸ 'ਚ ਬਿਲਕੁਲ ਤੇ ਜੀ dq ਨਿਕਲ ਆਊਗਾ ਕੁਐਸਚਨ ਦੇ ਅੰਦਰ ਇੱਕ ਚੀਜ਼ ਇੱਥੋਂ ਪੜੋ ਐਟ ਕਨਸਟੈਂਟ ਵੋਲਿਊਮ ਵਰਡ ਯੂਜ਼ ਹੋਇਆ ਵਾ ਤੇ ਜੇ ਕਨਸਟੈਂਟ ਵੋਲਿਊਮ ਆ ਤੇ ਮਤਲਬ ਆ ਆਪਣੀ dv ਵਾਲੀ ਟਰਮ 0 ਆ ਇਹ ਮਤਲਬ ਆਪਣਾ dq ਜਿਹੜਾ ਵਾ ਉਹ du ਦੇ ਬਰਾਬਰ ਹੈ ਜੋ ਯੈਸ ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ ਜੀ as volume is constant ਤੇ therefore ਆਪਣੇ ਕੋਲ dv ਦੀ ਵੈਲਿਊ 0 ਹੋ ਗਈ which mean ਕਹਿੰਦਾ ਜੀ ਤੁਹਾਡੇ ਕੋਲ ਜਿਹੜਾ sh pdv ਆਪਣੇ ਕੋਲ 0 ਆ ਗਿਆ which implies dq ਸਾਡਾ du ਰਹਿ ਗਿਆ ਹੈ ਨਾ ਤੇ du ਕੱਢਣ ਲਈ dq ਦਾ ਕਿਹੜਾ ਫਾਰਮੂਲਾ ਲੈ ਕੇ ਚੱਲੀਏ ms delta t ਸੌਰੀ ਹਾਂਜੀ ms delta t ms delta t s ਦੀ ਥਾਂ ਤੇ ਆਪਣੇ ਕੋਲ ਜੇ ਲਾ ਕੇ ਚੱਲੀਏ ਤਾਂ cv ਲੱਗ ਜੂ ਬੇਟਾ ਠੀਕ ਹੈ ਸੋ ਇਹਦੇ ਵੇਰੀਏਬਲ ਆਪਣੇ ਕੋਲ ਹੈਗੇ ਇਹਨੂੰ ਸੋਲਵ ਕਰ ਲਓ ਆਪਣੇ ਕੋਲ ਵੈਲਿਊ ਆ ਜੂ ਸਿਰਫ ਯੂਨਿਟ ਧਿਆਨ ਨਾਲ ਰੱਖ ਕੇ ਚੱਲਿਓ ਹੋ ਜਾਏਗਾ ਯੈਸ yes sir 15th numerical next page पे आ जाओ a Carnot engine statement पढ़ लो मैं एक बार तो ਉਹਦੀ ਫਿਗਰ ਉਹਨੂੰ ਰਿਕਾਲ ਕਰਾ ਰਿਹਾ ਹਾਂਜੀ ਆਪਾਂ ਇਹ ਤੋਂ ਹੁਣ ਨੂਮੈਰੀਕਲ ਦੀ ਟਾਈਪ ਚੇਂਜ ਹੋ ਰਹੀ ਆ ਹੁਣ ਤੁਹਾਡੇ ਕੋਲ ਹੀਟ ਇੰਜਨ ਤੇ ਹੀਟ ਪੰਪ ਵਾਲੇ ਕੁਐਸਚਨ ਆਣੇ ਆ ਬੇਟਾ ਆਪਾਂ ਕੋ ਤੇ ਹੀਟ ਇੰਜਨ ਕਿਹਾ ਸੀ ਡਿਵਾਈਸ ਵਿਚ ਇਜ਼ ਯੂਜ਼ਡ ਟੂ ਕਨਵਰਟ ਹੀਟ એનર્ਜੀ ਇਨਟੂ ਮਕੈਨੀਕਲ ਇਹ ਚ ਅਸੀਂ ਕਿਹਾ ਸੀ ਸੋਰਸ ਆਫ ਹੀਟ ਹੋਏਗਾ ਰੈਜ਼ਰਵਾਇਰ ਆਫ ਹੀਟ ਹੋਏਗਾ ਠੀਕ ਹੈ ਤੇ ਉਸ ਰੈਜ਼ਰਵਾਇਰ ਦੇ ਵਿੱਚੋਂ ਅਸੀਂ Q1 ਹੀਟ ਕੱਢਦੇ ਪਏ ਆ ਠੀਕ ਹੈ ਯਾਨੀ ਸੋਰਸ ਦੇ ਵਿੱਚੋਂ ਜਿਹੜਾ ਕਿ T1 ਟੈਂਪਰੇਚਰ ਤੇ ਆ ਔਰ ਇਹ ਦਿਮਾਗ 'ਚ ਰੱਖਿਓ ਸੋਰਸ ਹਮੇਸ਼ਾ ਹਾਈ ਟੈਂਪਰੇਚਰ ਤੇ ਹੀ ਰਹਿਣਾ ਹੀਟ ਇੰਜਨ 'ਚ ਵੀ ਤੇ ਹੀਟ ਪੰਪ ਵਿੱਚ ਵੀ ਸਿੰਕ ਹਮੇਸ਼ਾ ਲੋ ਟੈਂਪਰੇਚਰ ਤੇ ਰਹਿਣਾ ਫਰਕ ਇਹ ਸੀਗਾ ਹੀਟ ਇੰਜਨ ਵਾਲੇ ਕੇਸ ਦੇ ਅੰਦਰ ਹੀਟ ਸੋਰਸ ਦੇ ਵਿੱਚੋਂ ਲਿੱਤੀ ਜਾਂਦੀ ਆ ਤੇ ਹੀਟ ਪੰਪ ਵਾਲੇ ਕੇਸ ਦੇ ਅੰਦਰ ਰੈਫਰੀਜਰੇਟਰ ਵਾਲੇ ਕੇਸ ਦੇ ਅੰਦਰ ਹੀਟ ਸਿੰਕ ਦੇ ਵਿੱਚੋਂ ਕੱਢੀ ਜਾਂਦੀ ਆ
क्या इन्नी गल क्लियर आ? Yes, Yes, sir. sir. ਯੈਸ ਸਰ ਉਹਦੇ ਕੇਸ ਦੇ ਵਿੱਚ ਜੇ ਬਣਾਈਏ ਉਹ ਚ ਆਪਾਂ ਇੱਥੇ ਸਿੰਕ ਲਿਖ ਕੇ ਚੱਲਦੇ ਆ, ਜਿਹੜਾ ਕਿ ਮੇਰਾ T2 ਟੈਂਪਰੇਚਰ ਤੇ ਆ, ਉਹ ਚੋਂ ਅਸੀਂ Q2 ਹੀਟ ਕਰਦੇ ਆ, ਵਰਕਿੰਗ ਸਬਸਟੈਂਸ ਤੇ ਮੋਟਰ ਕੰਮ ਕਰਦੀ ਆ, ਠੀਕ ਹੈ, ਤੇ ਜਿੰਨੀ ਹੀਟ ਸਾਡੀ ਟੋਟਲ ਬਣੀ ਉਹ ਅਸੀਂ ਸੋਰਸ ਨੂੰ ਥਰੋ ਕਰਦੇ ਆ, ਠੀਕ ਆ। ਉਹ ਚ ਅਸੀਂ ਕਿਹਾ ਸੀਗਾ ਕਿ ਅਸੀਂ ਸਿੰਕ ਵਾਲੇ ਹਿੱਸੇ ਦੇ ਵਿੱਚੋਂ ਯਾਨੀ ਫ੍ਰਿਜ ਦੇ ਇੰਟੀਰੀਅਰ ਚੋਂ ਅਸੀਂ ਜਿਹੜਾ ਕਿ ਲੋ ਟੈਂਪਰੇਚਰ ਤੇ ਆ ਉਹ ਚੋਂ Q2 ਹੀਟ ਕੱਢੀ ਆ, ਮੋਟਰ ਦੀ ਹੈਲਪ ਨਾਲ ਕੱਢੀ ਆ, ਤੇ ਮੋਟਰ ਦੀ ਜਿਹੜੀ ਵੇਸਟ ਹੀਟ ਹੋਈ ਪਲੱਸ ਜਿਹੜੀ ਸਿੰਕ ਦੇ ਵਿੱਚੋਂ ਆਪਾਂ ਹੀਟ ਐਕਸਟ੍ਰੈਕਟ ਕੀਤੀ ਆ, ਇਹ ਮਿਲਾ ਕੇ ਜਿੰਨੀ ਟੋਟਲ ਹੀਟ ਬਣੀ ਉਹ ਅਸੀਂ ਸੋਰਸ ਯਾਨੀ ਕਮਰੇ ਦੇ ਵਿੱਚ ਥਰੋ ਕਰ ਦਿੰਦੇ ਆ, ਮੀਨ ਫ੍ਰਿਜ ਕਮਰੇ ਦੇ ਅੰਦਰੋਂ ਹੀਟ ਥਰੋ ਕਰ ਦਿੰਦਾ। Q1 Q2 ਤੋਂ ਗ੍ਰੇਟਰ ਆ, ਕਿਆ ਇੰਨੀ ਗੱਲ ਕਲੀਅਰ ਆ? ਯੈਸ ਸਰ Yes, sir. ਦੋਨੇ ਬਲੌਕ ਡਾਇਗਰਾਮ ਕਲੀਅਰ ਆ ਜੀ? Yes, sir. Yes, sir. ਹੁਣ ਇਹਦੇ Yes, sir. ਇਹਦੇ ਕੋਰਸਪੋਂਡਿੰਗ ਐਫੀਸ਼ੀਐਂਸੀ ਦਾ ਫਾਰਮੂਲਾ ਸੀਗਾ, ਇੱਥੇ ਅਸੀਂ ਕਿਹਾ ਸੀ ਕਿ ਜਿਹੜਾ ਐਸ ਸੱਚ ਵਰਕਿੰਗ ਸਬਸਟੈਂਸ ਆ, ਠੀਕ ਹੈ, ਇਹਨੇ ਵਰਕ ਕਿੰਨਾ ਕੀਤਾ, ਇਹ ਮੇਰੀ ਆਊਟਪੁੱਟ ਆ, ਔਰ ਇਨਪੁੱਟ ਇਹ ਆ ਵਰਕਿੰਗ ਸਬਸਟੈਂਸ ਨੇ ਸੋਰਸ ਤੋਂ ਹੀਟ ਕਿੰਨੀ ਲੈਤੀ, ਇਹਦਾ ਮਤਲਬ W/Q1 ਔਰ ਇਹਦੀ ਵੈਲਿਊ ਸੀਗੀ Q1 - Q2/Q1। ਸੋਲਵ ਕੀਤਾ, ਈਟਾ ਦਾ ਫਾਰਮੂਲਾ 1 - Q2/Q1 ਜਾਂ 1 - T2/T1। ਆ ਮੇਰੇ ਦੋ ਫਾਰਮੂਲੇ ਜਿਹੜੇ ਹੀਟ એનર્ਜੀ ਦੀ ਫਾਰਮ ਚ, ਹੀਟ એનર્ਜੀ ਦੀ ਫਾਰਮ ਚ ਜਾਂ ਟੈਂਪਰੇਚਰ ਦੀ ਫਾਰਮ ਚ ਐਫੀਸ਼ੀਐਂਸੀ ਦੇ ਬਣ ਜਾਣੇ। ਕਿਆ ਦੋਨੋਂ ਕਲੀਅਰ ਹੈ ਬੱਚੇ? Yes, sir. Yes, sir. ਤੇ ਜੇ ਅਸੀਂ ਰੈਫ੍ਰਿਜਰੇਟਰ ਵਾਲੇ ਕੇਸ ਚ ਚਲੀਏ ਤੇ ਇਹਨੂੰ ਅਸੀਂ ਡਿਫਾਈਨ ਕੀਤਾ ਸੀ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਬੀਟਾ ਨਾਲ। ਇਹ ਤੇ ਆਊਟਪੁੱਟ ਜਿਹੜੀ ਆ ਉਹ ਆ ਵਾ, ਜਿਹੜੀ ਅਸੀਂ Q2 ਹੀਟ ਕੱਢੀ ਆ, ਇਹਦੇ ਲਈ ਐਸ ਸੱਚ ਜਿਹੜਾ ਮੇਰੇ ਕੋਲ ਵਰਕ ਹੋਇਆ ਉਹ ਮੇਰੀ ਇਨਪੁੱਟ ਆ। ਮਤਲਬ ਮੈਂ ਅੱਗੇ ਵੀ ਸਮਝਾਈ ਗੱਲ ਆ ਕਿ ਵੀ ਇਹਦੇ ਵੱਲੋਂ ਦੇਖ ਕੇ ਲੱਗਦਾ ਕਿ ਤੁਸੀਂ ਰਿਵਰਸ ਲਿਖਤਾ, ਆਊਟਪੁੱਟ ਬਾਈ ਇਨਪੁੱਟ ਦੀ ਥਾਂ ਤੇ ਇਨਪੁੱਟ ਬਾਈ ਆਊਟਪੁੱਟ ਲਿਖਿਆ, ਪਰ ਇਦਾਂ ਨਹੀਂ ਹੈਗਾ। ਇੱਥੇ ਵੀ ਐਫੀਸ਼ੀਐਂਸੀ ਆਊਟਪੁੱਟ ਬਾਈ ਇਨਪੁੱਟ ਆ, ਇਧਰ ਵੀ ਐਫੀਸ਼ੀਐਂਸੀ ਆਊਟਪੁੱਟ ਬਾਈ ਇਨਪੁੱਟ ਹੀ ਆ। ਇੱਥੇ ਆਊਟਪੁੱਟ ਆ ਜਿਹੜੀ ਹੀਟ ਐਕਸਟ੍ਰੈਕਟ ਕੀਤੀ ਗਈ ਆ, ਔਰ ਇਨਪੁੱਟ ਮੇਰਾ ਜਿਹੜਾ ਮਕੈਨੀਕਲ ਵਰਕ ਮੋਟਰ ਨੇ ਕੀਤਾ, ਇਸ ਲਈ ਇਹਦੇ ਅੰਦਰ ਆਊਟਪੁੱਟ ਮੇਰੇ ਕੋਲ ਆ ਗਈ Q2 ਔਰ ਵਰਕ ਮੇਰਾ W ਜਿਹੜਾ ਉਹ ਇਨਪੁੱਟ ਆ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਹੀਟਰ ਦਾ ਫਾਰਮੂਲਾ ਆਪਣੇ ਕੋਲ ਆਇਆ ਸੀਗਾ Q2 ਓਵਰ Q1 - Q2 ਜਾਂ T2 ਓਵਰ T1 - T2। ਸੋ ਆ ਆਪਣੇ ਕੋਲ ਕੁਝ ਫਾਰਮੂਲੇ ਜਿਹੜੇ ਰੈਫ੍ਰਿਜਰੇਟਰ ਦੇ ਜਾਂ ਪੰਪ ਦੇ ਜਿਹੜੇ ਮੇਨ ਬੰਨੇ, ਕਿਆ ਇੰਨਾ ਸਮਝ ਲੱਗਿਆ? Yes, sir. Yes, sir. ਇੱਕ ਅਸੀਂ ਇਹਦੇ ਵਿੱਚ ਫਾਰਮੂਲਾ ਜਿਹੜਾ ਉਹ ਆ ਦਿੱਤਾ ਸੀਗਾ ਕਿ ਵੀ Q2/Q1 ਤੇ T2/T1 ਇਹ ਰੇਸ਼ੋ ਵਾਈਜ਼ ਆਪਸ ਵਿੱਚ ਇਕੁਅਲ ਆ, ਠੀਕ ਹੈ। ਲੋਡ ਹੋਏਗੀ ਤੇ ਇਹਨੂੰ ਆਪਾਂ ਯੂਜ਼ ਕਰਾਂਗੇ। ਕਲੀਅਰ ਹੈ ਜੀ? Yes, sir. ਯੈਸ Yes, ਸਰ sir. 15 ਦੀ ਸਟੇਟਮੈਂਟ ਪੜ ਰਹੇ ਹਾਂ। 15th ਹੈਗਾ ਅ ਕਾਰਨੋਟ ਇੰਜਨ ਐਬਜ਼ੌਰਬ 1000 ਜੂਲ ਆਫ ਹੀਟ એનર્ਜੀ। ਆ ਬਲੌਕ ਡਾਇਗਰਾਮ ਦਿਮਾਗ 'ਚ ਲੈ ਕੇ ਆਣੀ ਸ਼ੁਰੂ ਹੋ ਜਾਓ। ਕਾਰਨੋਟ ਹੀਟ ਇੰਜਨ ਦੇ ਵਰਕਿੰਗ ਸਬਸਟੈਂਸ ਨੇ 1000 ਜੂਲ એનર્ਜੀ ਐਬਜ਼ੌਰਬ ਕੀਤੀ, ਯਾਨੀ Q1 ਦੱਸਦਾ ਪਿਆ ਫਰਮ ਦਾ ਰੈਜ਼ਰਵਾਇਰ। ਮਤਲਬ ਇਸ ਰੈਜ਼ਰਵਾਇਰ ਚੋਂ, ਇਸ ਸੋਰਸ ਦੇ ਵਿੱਚੋਂ ਇਸ ਸਿਸਟਮ ਨੇ Q1 ਹੀਟ ਕੱਢੀ ਆ। ਇਹਦਾ ਮਤਲਬ ਆਪਣੇ ਕੁਐਸਚਨ ਦੇ ਅਕੋਰਡਿੰਗਲੀ ਆਪਣੇ ਕੋਲ Q1 ਗਿਵਨ ਹੋ ਗਿਆ 1000 ਜੂਲ ਆ। ਪਹਿਲਾ ਵੇਰੀਏਬਲ ਕਲੀਅਰ ਆ? Yes, sir. Yes, sir. ਰੈਜ਼ਰਵਾਇਰ ਦਾ ਉਹਨੇ ਕਿਹਾ ਜੀ ਫਰਮ ਅ ਰੈਜ਼ਰਵਾਇਰ ਐਟ 127। ਰੈਜ਼ਰਵਾਇਰ ਦਾ ਇਨੀਸ਼ੀਅਲ ਟੈਂਪਰੇਚਰ 127 ਕੈਲਵਿਨ ਚ ਜ਼ਰੂਰ ਚੇਂਜ ਕਰ ਲਾਂਗੇ ਕਿਉਂਕਿ ਚੇਂਜ ਇਨ ਟੈਂਪਰੇਚਰ ਨਹੀਂ ਹੋ, ਇਹ ਗਿਵਨ ਟੈਂਪਰੇਚਰ ਆ, ਠੀਕ ਹੈ। 127 273 ਕਰਕੇ ਕਿੰਨਾ ਬਣ ਗਿਆ? 400 ਕੈਲਵਿਨ, ਠੀਕ ਹੈ ਜੀ। T1 ਆ ਗਿਆ। ਅੱਗੇ ਉਹਨੇ ਕਿਹਾ ਐਂਡ ਰਿਜੈਕਟ 600 ਜੂਲ ਆਫ ਹੀਟ એનર્ਜੀ ਡਿਊਰਿੰਗ ਈਚ ਸਾਈਕਲ। ਔਰ ਇਸ 1000 ਜੂਲ ਦੇ ਵਿੱਚੋਂ 600 ਜੂਲ ਹੀਟ ਜਿਹੜੀ ਆ ਉਹ ਰਿਜੈਕਟ ਹੁੰਦੀ ਪਈ ਆ। ਇਹ ਜਿਹੜੀ ਹੀਟ ਰਿਜੈਕਟ ਹੁੰਦੀ ਆ ਉਹ ਇਹਦਾ ਮਤਲਬ ਸਿੰਕ ਨੂੰ ਜਾਂਦੀ ਆ। ਇਹਦਾ ਮਤਲਬ ਮੈਨੂੰ Q2 ਦੱਸਦਾ ਪਿਆ, ਜਿਹੜੀ ਹੀਟ ਸਿੰਕ ਨੂੰ ਜਾਣੀ ਉਹ Q2 ਆ। ਇਹ ਮਤਲਬ ਆਪਣੇ ਕੁਐਸਚਨ ਚ ਉਹਨੇ Q2 ਦੱਸ ਦਿੱਤਾ 600 ਜੂਲ ਆ। क्या वेरिएबल क्लियर है? Yes, sir. Yes, sir. ने अपने को आगे की पूछा जी कैलकुलेट द एफिशिएंसी ऑफ इंजन, ईटा फाइंड आउट कर दियो। सेकंड टेंपरेचर ऑफ सिंक मीन T2 फाइंड आउट कर दियो।
और थर्ड उन्होंने क्या जी अमाउंट ऑफ यूजफुल वर्क, Q1 हीट लेती सी, Q2 वेस्ट हो गई, Q1 माइनस Q2 ਦੇ ਬਰਾਬਰ ਦੀ ਹੀਟ ਮੇਰਾ ਮਕੈਨੀਕਲ ਵਰਕ ਬਣੀ। ਯੈਸ ਸਰ। ਇਹਦਾ ਮਤਲਬ ਕਿ ਤੁਸੀਂ ਮਕੈਨੀਕਲ ਵਰਕ ਕੱਢਣਾ ਤੇ ਬੇਟਾ ਐਸ ਸੱਚ ਵਰਕ ਤੇ ਪਹਿਲਾਂ ਸਿੱਧਾ ਹੀ ਕਰ ਦਿਓ ਕਿਉਂਕਿ Q1 Q2 ਦੋਨੇ ਹੀ ਹੈਗੇ ਆ। ਠੀਕ ਹੈ, ਇਹਦਾ ਮਤਲਬ ਜੇ ਆਪਾਂ ਐਸ ਸੱਚ ਵਰਕ ਕੈਲਕੂਲੇਟ ਕਰਨਾ ਯੂਜ਼ਫੁਲ ਵਰਕ ਉਹ ਮੇਰਾ Q1 ਮਾਈਨਸ Q2 ਆ। ਇਹ ਮਤਲਬ 400 ਜਾਊਲ એનર્ਜੀ ਮੇਰੀ ਕੰਮ ਚਾਹੀ ਤੇ ਹੁਣ ਦਿਮਾਗ ਲਾਓ ਆ ਮੇਰੀ ਆਊਟਪੁੱਟ ਆਈ ਆ ਜਿਹੜੀ ਮੇਰੇ ਕੰਮ ਚਾਹੀ ਆ। ਠੀਕ ਹੈ ਜੀ, ਤੇ ਇੰਨੀ ਮੇਰੀ ਇਨਪੁੱਟ ਆ ਤੇ ਇਹਦਾ ਦੋ ਚੀਜ਼ਾਂ ਦੀ ਹੈਲਪ ਨਾਲ ਆਪਾਂ ਐਫੀਸ਼ੀਐਂਸੀ ਕਰ ਸਕਦੇ ਆ। Yes, sir. ਇਹਦਾ ਮਤਲਬ ਜੇ ਆਪਾਂ ਐਫੀਸ਼ੀਐਂਸੀ ਕੱਢਣੀ ਆ ਤੇ ਐਫੀਸ਼ੀਐਂਸੀ ਵਾਸਤੇ ਫਾਰਮੂਲਾ ਆਪਾਂ ਲੈ ਕੇ ਚੱਲੀਏ ਤੇ ਵੀ ਨੋ ਦੈਟ efficiency is given by 1 minus Q2 by Q1। ਠੀਕ ਹੈ, ਆ ਰੇਸ਼ੋ ਕੱਢ ਦਿਓ। ਠੀਕ ਹੈ ਜੀ, ਤੇ ਆਪਣੇ ਕੋਲ ਐਸ ਐਚ ਜਾਂ ਜਿਹੜਾ ਫਾਰਮੂਲਾ ਬੋਲਿਆ ਠੀਕ ਹੈ ਨਾ, ਕਿਉਂਕਿ ਜੇ ਇਹਨੂੰ ਸੋਲਵ ਕਰ ਲਓ ਤੇ ਆ Q1 minus Q2 by Q1 ਬਣਿਆ ਤੇ Q1 minus Q2 ਦਾ ਨਾਮ ਆਪਣਾ W। ਇਹ ਮਤਲਬ ਇੱਕ ਤਰ੍ਹਾਂ ਅਸੀਂ ਆ W by Q1 ਹੀ ਕੱਢਦੇ ਪਏ ਆ ਬੇਟਾ। ਗੱਲ ਸਮਝ ਲੱਗਦੀ ਪਈ ਬੱਚੇ? ਯੈਸ ਸਰ। Yes, sir. ਸੋ ਵਰਕ ਆਪਣਾ 400 ਹੋਇਆ ਤੇ ਇਨਪੁਟ ਆਪਾਂ 1000 ਦਿੱਤੀ ਸੀਗੀ। ਇਹਦਾ ਮਤਲਬ ਆਪਣੇ ਕੋਲ into 100% ਨਾਲ ਕਰ ਦਿਓ। into 100% ਨਾਲ ਕਰ ਲਓ ਫਿਰ ਆਪਣੀ ਐਫੀਸ਼ੀਐਂਸੀ ਪਰਸੈਂਟੇਜ ਚ ਆ ਜਾਏਗੀ। ਇਹਦੇ ਨਾਲ ਈਟਾ ਆਪਣਾ ਜਿਹੜਾ ਵਾ ਉਹ 40% ਆਜੂ ਜੀ। ਹਾਂਜੀ Yes, ਸਰ। sir. ਕਲੀਅਰ ਹੈ ਬੱਚੇ? Yes, ਕਲੀਅਰ ਹੈ? Yes, sir. ਚਲ So, ਥਰਡ yes, ਹੋਣੀ ਹੈ ਜੀ ਟੈਂਪਰੇਚਰ ਆਫ ਸਿੰਕ ਕੱਢ ਦੋ। ਤੇ ਜੇ ਸਿੰਕ ਦਾ ਟੈਂਪਰੇਚਰ ਕੱਢਣਾ, ਸਿੰਕ ਦਾ ਟੈਂਪਰੇਚਰ ਕਿੱਦਾਂ ਕੱਢਦੀ ਹੈ ਜੀ? Q1 upon Q2 equals to T1 upon T2। ਬਿਲਕੁਲ, ਆਪਣੀ ਕੋਲ ਆਪਾਂ ਹੁਣੀ ਰਿਲੇਸ਼ਨ ਲਿਖ ਕੇ ਜਿਹੜੇ ਸੀਗੇ Q2 by Q1 ਤੇ T2 by T1 ਦੀ ਰੇਸ਼ੋ ਇਕੁਅਲ ਆ। ਆਪਣੇ ਕੋਲ ਜੋ ਆ ਗਿਆ Q1 Q2 T1 ਤਿੰਨੇ ਹੈਗੇ, T2 ਕੱਢਣਾ ਵਾ। ਇਹ ਮਤਲਬ ਆਪਣੇ ਕੋਲ ਥਰਡ ਪਾਰਟ ਵਾਸਤੇ ਜਿਹੜਾ ਫਾਰਮੂਲਾ ਆ ਗਿਆ ਉਹ ਆ ਗਿਆ Q2 by Q1 equal to T2 by T1 ਤੇ therefore T2 ਦਾ ਫਾਰਮੂਲਾ ਬਣਾ ਦਿਓ T1 into Q2 by Q1 ਤੇ ਆ ਫਾਰਮੂਲੇ ਦੇ ਤਿੰਨੇ ਵੇਰੀਏਬਲ ਹੈਗੇ ਆ। ਠੀਕ ਹੈ ਜੀ, T2 ਆ ਜਾਏਗਾ। ਹੋ ਜੂ? ਯੈਸ Yes, ਸਰ। sir. yes, sir. ਇੰਨਾ ਸਮਝ ਲੱਗਦਾ ਪਿਆ ਸਾਰਿਆਂ ਨੂੰ? Yes, Yes, sir. sir. Yes. ਕੋਈ ਤੇਜ਼ ਤਾਂ ਨਹੀਂ ਲੱਗਦਾ Yes, ਨਿਆਣਿਓ? No, sir. ਬਹੁਤਾ ਹੌਲੀ ਤਾਂ ਨਹੀਂ ਲੱਗਦਾ? no, sir. ਨਹੀਂ ਨਹੀਂ ਸਰ। Sir. ਸਪੀਡ ਸਹੀ ਆ? ਹਾਂਜੀ ਸਰ। ਹਾਂਜੀ sir. ਤੁਸੀਂ ਸਾਰੇ Yes, ਸਹੀ sir. ਹੋ? Yes, sir. ਤੁਸੀਂ ਸਾਰੇ ਸਹੀ ਹੋ? ਯੈਸ ਸਰ। Yes, sir. ਹਾਂਜੀ Yes, sir. ਕਿਹੜਾ ਕਿਹੜਾ ਸਹੀ ਨਹੀਂ ਹੈਗਾ? ਕੋਈ ਬਿਮਾਰ ਹੈਗਾ ਵਿੱਚ? Yes, sir. ਉਹ ਦੇਖੋ, ਬਿਮਾਰ ਬੋਲੇ। ਜਸਮਾਈਨ ਕੀ ਹੋਇਆ? Zukam. ਠੀਕ ਹੋ? ਸਰ ਮੈਨੂੰ ਵੀ ਕੀ ਹੋਇਆ? ਜ਼ੁਕਾਮ ਤੇ ਗਲਾ ਖਰਾਬ ਆ। ਸਟੀਮ ਲਿਆ ਕਰੋ। ਆਪਾਂ ਨਿਊਮੈਰੀਕਲ ਕਰਦੇ ਵੇ 16 ਹੈ ਨਾ? ਹਾਂ, ਉਹਨੇ ਆਪਣੇ ਪਹਿਲੇ ਕੇਸ 'ਚ ਕਹਿਤਾ ਕਿ ਟੈਂਪਰੇਚਰ ਸਿੰਕ ਦਾ 27 ਡਿਗਰੀ ਸੈਲਸੀਅਸ ਆ ਔਰ ਉਹਦੀ ਐਫੀਸ਼ੀਐਂਸੀ 40% ਆ। ਅੱਗੇ ਉਹ ਕਹਿ ਰਿਹਾ ਬੇਟਾ ਬਾਈ ਹਾਊ ਮੈਨੀ ਡਿਗਰੀ ਸ਼ੁੱਡ ਦਾ ਟੈਂਪਰੇਚਰ ਆਫ ਸੋਰਸ ਬੀ ਚੇਂਜ। ਇਹਦਾ ਮਤਲਬ ਸੋਰਸ ਦਾ ਪਹਿਲਾਂ ਕੋਈ ਟੈਂਪਰੇਚਰ ਹੋਏਗਾ ਜਿਹੜਾ ਅਸੀਂ ਚੇਂਜ ਕਰਾ ਕੇ ਕੁਝ ਹੋਰ ਬਣਾਣਾ ਤਾਂ ਕਿ ਐਫੀਸ਼ੀਐਂਸੀ ਜਿਹੜੀ ਹੈਗੀ ਆ ਉਹ ਓਰੀਜਨਲ ਐਫੀਸ਼ੀਐਂਸੀ ਨਾਲੋਂ 10% ਹੋਰ ਵੱਧ ਜਾਵੇ। ਠੀਕ ਹੈ, ਓਰੀਜਨਲ ਐਫੀਸ਼ੀਐਂਸੀ ਦਾ 10% ਐਫੀਸ਼ੀਐਂਸੀ ਅਸੀਂ ਹੋਰ ਵਧਾਣੀ ਆ। ਇਹਦਾ ਮਤਲਬ ਕਿਦਾਂ ਇਹਨੂੰ ਮੈਂ ਲੈ ਕੇ ਚੱਲਾਂ ਕਿ ਵੀ ਉਹਨੇ ਸੋਰਸ ਦਾ ਟੈਂਪਰੇਚਰ ਪੁੱਛਿਆ ਕਿੰਨਾ ਚੇਂਜ ਹੋਵੇ। ਇਹਦਾ ਮਤਲਬ ਆ ਦੋ ਚੀਜ਼ਾਂ ਨਾਲ ਜੇ ਮੈਂ ਕੁਝ ਲੱਭ ਸਕਦਾ ਤੇ ਉਹ ਕਿਹੜਾ ਵੇਰੀਏਬਲ ਆ? T1। T1। ਯਾਨੀ ਇਹਦੇ ਨਾਲ ਤੁਸੀਂ ਪਹਿਲਾਂ T1 ਕੱਢ ਸਕਦੇ ਹੋ। ਇਹਦਾ ਮਤਲਬ ਜਦੋਂ ਤੁਹਾਡੇ ਹੀਟ ਇੰਜਨ ਦੀ ਐਫੀਸ਼ੀਐਂਸੀ 40% ਆ ਉਦੋਂ ਸੋਰਸ ਦਾ ਟੈਂਪਰੇਚਰ ਕਿੰਨਾ, ਸਿੰਕ ਦਾ ਟੈਂਪਰੇਚਰ ਕਿੰਨਾ, ਇਹ ਮੇਰੇ ਕੋਲ ਹੈਗੇ। ਯਾਨੀ T1 ਮੈਂ ਕੱਢ ਲਾਂਗਾ ਇੱਥੋਂ ਕਿ ਸੋਰਸ ਦਾ ਉਦੋਂ ਕਿੰਨਾ ਸੀਗਾ। ਉਹਨੇ ਪੁੱਤ ਦੂਜੇ ਕੇਸ ਦੇ ਅੰਦਰ ਮੈਨੂੰ ਇਹ ਕਿਹਾ ਸੋਰਸ ਦਾ ਨਵਾਂ ਟੈਂਪਰੇਚਰ ਚੇਂਜ ਹੋ ਕੇ ਕਿੰਨਾ ਹੋ ਜਾਵੇ। ਬਾਈ ਹਾਊ ਮੈਨੀ ਡਿਗਰੀ ਸ਼ੁੱਡ ਦਾ ਟੈਂਪਰੇਚਰ ਆਫ ਸੋਰਸ ਬੀ ਚੇਂਜ। ਸੋਰਸ ਦਾ ਟੈਂਪਰੇਚਰ ਕਿੰਨਾ ਚੇਂਜ ਹੋਵੇ
so as to increase the efficiency by 10% of original। यानी ਜਿਹੜੀ efficiency 40% ਆ ਹਨਾ, ਨਵੀਂ efficiency ਇਹਦਾ 10% ਹੋਰ ਵੱਧ ਕੇ ਆਵੇ। ਇਹમાં ਨਵੀਂ efficiency ਕਿੰਨੀ ਹੋਊਗੀ? 44%। ਕੋਈ ਹੋਰ ਸੋਚੋ, ਨਵੀਂ efficiency ਕਿੰਨੀ ਹੋਊ? 44 44। ਹੁਣ ਇੱਥੇ ਜਿਹਨੇ ਗਲਤ ਕਿਤੇ ਨੇ ਸੋਚਣਾ ਨਾ ਪੁੱਤ, ਉਹਨੇ ਇੱਕ ਗਲਤੀ ਕਰਨੀ, 40% ਹੋ ਪਹਿਲੋਂ ਸੀ, ਅਸੀਂ ਕਿਹਾ ਜੀ 10% ਹੋਰ ਵਧੀ ਆ, ਤੇ ਜੇ 10% ਵਧੀ ਤਾਂ ਮਤਲਬ 50% ਹੋ ਗਈ। ਇਦਾਂ ਨਹੀਂ ਕਿਹਾ ਉਹਨੇ ਕਿਹਾ 40 ਜਿਹੜੀ ਓਰੀਜਨਲ ਐਫੀਸ਼ੀਐਂਸੀ ਇਹਦਾ 10% ਵਧੀ ਆ, ਤੇ ਜੇ ਮੈਂ 40 ਦਾ 10% ਕੱਢ ਲਵਾਂ ਤੇ ਉਹ 4 ਬਣਦਾ। 40 ਦਾ 10% ਕੱਢ ਲਵਾਂ ਉਹ 4 ਬਣਦਾ। ਇਹਦਾ ਮਤਲਬ ਨਵੀਂ ਐਫੀਸ਼ੀਐਂਸੀ ਮੈਨੂੰ ਕੁਐਸਚਨ ਜੋ ਕਹਿ ਰਿਹਾ ਕਿ 44 ਬਣ ਜਾਵੇ। ਇਹਦਾ ਮਤਲਬ T1 ਵੀ ਕੱਢਣਾ ਆਪਾਂ, ਠੀਕ ਹੈ ਜੀ, T1 ਡੈਸ਼ ਵੀ ਕੱਢਣਾ ਆਪਾਂ। ਇਹਨੂੰ T2 ਨਹੀਂ ਲਿਖ ਸਕਦੇ ਕਿਉਂਕਿ T2 ਸਿੰਕ ਦਾ ਟੈਂਪਰੇਚਰ, ਠੀਕ ਹੈ। ਇਹਨੂੰ T1 ਵੀ ਲੱਭਣਾ, T1 ਡੈਸ਼ ਵੀ ਤੁਸੀਂ ਫਾਈਂਡ ਆਊਟ ਕਰਨਾ, ਆ ਦੋਨੋਂ ਵੇਰੀਏਬਲ। ਤੇ ਉਸ ਮੂਮੈਂਟ ਤੇ ਸੈਕਿੰਡ ਟਾਈਮ ਜਿਹੜੀ ਐਫੀਸ਼ੀਐਂਸੀ ਆ ਉਹ 40% ਪਲੱਸ 10% ਆਫ 40% ਆ, ਔਰ ਇਹ ਸਾਰੀ ਵੈਲਿਊ ਮੇਰੀ 44% ਬਣਦੀ। क्या आ लाइन समझ आई? Yes, sir. yes sir Yes, sir. ਇਹਦਾ ਮਤਲਬ yes sir eta1 ਤੇ T2, eta1 ਤੇ T2 ਨਾਲ ਮੈਂ ਪਹਿਲਾਂ T1 ਕੱਢਾਂਗਾ। ਇਹਦਾ ਮਤਲਬ ਆਪਾਂ ਜੇ ਫਾਰਮੂਲਾ ਲਾ ਕੇ ਚੱਲੀਏ ਤੇ ਆਪਣੇ ਕੋਲ eta1 ਦਾ ਫਾਰਮੂਲਾ 1 - T2/T1 ਆ ਜਾਊ। ਇਹਨੂੰ ਸੋਲਵ ਕਰ ਲਈਏ ਤੇ ਆਪਣੇ ਕੋਲ ਆ ਗਿਆ ਜੀ T2/T1 1 - eta, ਤੇ देयरफॉर अपना T1 बन गया T2 / 1 - eta। आ मेरा T1 आ जाऊ। क्लियर है? यस सर। yes सो sir T1 आ गया। ਹੁਣ ਸੈਕਿੰਡ ਟਾਈਮ ਆਪਾਂ ਜਦੋਂ T1 ਡੈਸ਼ ਕੱਢਣਾ, ਸਿੰਕ ਨਹੀਂ ਚੇਂਜ ਹੋਇਆ, ਦੋਨਾਂ ਪਾਰਟ ਦੇ ਅੰਦਰ ਸਿੰਕ ਸੇਮ ਰਿਹਾ ਵਾ, ਇਸ ਲਈ ਸੈਕਿੰਡ ਟਾਈਮ ਜਦੋਂ ਫਾਰਮੂਲਾ ਲਗਾਵਾਂਗੇ ਤੇ ਆਪਣੇ ਕੋਲ ਕੰਡੀਸ਼ਨ ਆ ਜਾਏਗੀ ਨਾਓ eta2 = 1 - T2/T1 ਡੈਸ਼। Excuse me, sir. ਹਾਂ ਬੱਚੇ, ਸਰ ਉਹਨਾਂ ਨੇ ਕੁਐਸਚਨ ਚ ਕਿਹਾ ਕਿ ਸਿੰਕ ਦਾ ਕਿੰਨਾ ਟੈਂਪਰੇਚਰ ਚੇਂਜ ਹੋਊਗਾ, ਸੋਰਸ ਦਾ ਨਹੀਂ। ਐਵੇਂ ਕੋਈ ਲਾਡੇ ਸੋਰਸ ਲਿਖਿਆ ਪੁੱਤ, ਬਾਈ ਹਾਊ ਮੈਨੀ ਡਿਗਰੀ ਸ਼ੁੱਡ ਦਾ ਟੈਂਪਰੇਚਰ ਆਫ ਸੋਰਸ ਵੀ ਚੇਂਜ ਆ। ਕਿਹੜਾ ਨਿਊਮੈਰੀਕਲ ਪੜ੍ਹਦੇ ਮੈਂ? 16 9 ਮੈਂ 19th ਪੜ੍ਹਦੀ, ਸੌਰੀ ਸਰ। ਸੋਰਸ 16 ਆ ਬੇਟਾ, ਠੀਕ ਹੈ। ਸੋ ਆ ਟੈਂਪਰੇਚਰ T1 ਡੈਸ਼ ਹੁਣ ਫੇਰ ਕੱਢਣਾ ਤੇ ਇਹਦਾ ਫਾਰਮੂਲਾ ਇੱਥੋਂ ਬਣਾ ਲਓ। ਕਹਿੰਦਾ ਜੀ T1 ਡੈਸ਼ ਮੇਰੇ ਕੋਲ ਕੀ ਆ ਜਾਏਗਾ, T2 / 1 - eta2 ਆ ਜਾਊ। ਹੋ ਜਾਊਗਾ, यस सर। ਠੀਕ ਹੈ। ਫਿਰ T1 ਵੀ ਨਿਕਲਿਆ ਹੋਇਆ, ਆਪਣੇ ਕੋਲ T1 ਡੈਸ਼ ਵੀ ਆ ਗਿਆ। ਅਸੀਂ ਡਿਫਰੈਂਸ ਕੱਢ ਦੇਣਾ ਕਿ ਵੀ ਮੇਰੇ ਕੋਲ ਟੈਂਪਰੇਚਰ ਕਿੰਨਾ ਚੇਂਜ ਹੋਇਆ। ਕੰਪਲੀਟ ਹੋ ਜਾਏਗਾ ਨਿਊਮੈਰੀਕਲ। Yes. Yes, sir. yes sir Yes, sir. ਚਲੋ ਇੱਥੇ ਰੋਕ ਰਿਹਾ, ਠੀਕ ਹੈ ਜੀ, ਇੱਥੇ ਤੱਕ ਕੰਪਲੀਟ ਕਰੋ। ਕੱਲ ਨੂੰ ਮੈਨੂੰ ਲੱਗਦਾ ਆਪਣੇ ਸ਼ਾਇਦ ਸ਼ੀਟ ਕੰਪਲੀਟ ਹੋ ਜਾਏਗੀ।